70 ਸਾਲ ਹੋ ਗਏ ਆਜ਼ਾਦ ਹੋਏ ਨੂੰ, 70 ਸਾਲ ਤੋਂ ਵੱਧ ਸਮਾਂ ਹੋ ਗਿਆ ਸਾਡੇ ਦੇਸ਼ ਨੂੰ। ਹਰ ਵਾਰੀ ਹਰ ਸਾਲ ਅਸੀਂ ਦੇਖਦੇ ਅਸੀਂ ਵੀ ਮੀਡੀਆ ਦੇ ਵਿੱਚ 15-20 ਸਾਲਾਂ ਤੋਂ ਹਰ ਸਾਲ ਇਸ ਤਰ੍ਹਾਂ ਹੀ ਧਰਨਿਆਂ ਤੇ ਬਹਿੰਦੇ ਆ ਲੋਕ, ਸੜਕਾਂ ਤੇ ਆ, ਸਰਕਾਰਾਂ ਨੂੰ ਮਾੜਾ ਕਹਿੰਦੇ ਆ, ਫਿਰ ਉਹੀ ਦੁਬਾਰਾ ਸਰਕਾਰਾਂ ਚੁਣ ਲੈਂਦੇ ਆ। ਕੀ ਕਾਰਨ ਹੋਰ ਕੋਈ ਆਪਸ਼ਨ ਹੀ ਨਹੀਂ ਆ ਜੀ। ਸੜਕ ਦੇ ਉੱਤੇ ਤੁਸੀਂ ਰਾਤਾਂ ਕੱਟ ਰਹੇ ਹੋ, ਕੀ ਲੱਗਦਾ ਜਿੱਤ ਹੋਊ? ਬਿਲਕੁਲ ਹੋਊਗੀ ਜੀ, ਜਿੱਤਣ ਵਾਸਤੇ ਆਏ ਆ, ਹਾਰਨ ਤੱਕ ਦੇ ਸਿੱਖੇ ਨਹੀਂ। ਮੋਦੀ ਸਾਹਿਬ ਬੜੇ ਹੋਏ ਆ, ਉਹ ਕਹਿੰਦੇ ਮੈਂ ਹਰ ਹਾਲਤ ਦੇ ਵਿੱਚ ਜਿਹੜੇ ਹੈਗੇ ਆ ਕਾਨੂੰਨ ਇਹ ਲਾਗੂ ਹੋ ਕੇ ਰਹਿਣੇ। ਇਹ ਤਾਂ ਤੁਹਾਨੂੰ ਕੱਲ੍ਹ ਤੱਕ ਪਤਾ ਹੀ ਲੱਗ ਜੂਗਾ ਕੀ ਹੋਊਗਾ। ਚੁਕਾ ਕੇ ਛੱਡਾਂਗੇ, ਝੁਕਣਾ ਤਾਂ ਸਿੱਖਿਆ ਹੀ ਨਹੀਂ। ਹਰਿਆਣੇ ਦੇ ਲੀਡਰ ਤਾਂ ਕਾਫੀ ਗ੍ਰਿਫਤਾਰ ਵੀ ਕੀਤੇ, ਰਾਤ ਪਰਚੇ ਵੀ ਦਰਜ ਕਰ। ਉਹ ਤਾਂ ਕੀਤੇ ਆ ਨਾ ਵੀ ਲੋਕ ਡਰ ਜਾਣਗੇ, ਪਰ ਡਰਦੇ ਨਹੀਂ। ਜਿਨ੍ਹਾਂ ਨੂੰ ਜਨੂਨ ਹੁੰਦਾ ਉਹ ਸਿਰੇ ਜਾਂਦੇ। ਚੋਣਾਂ ਦੇ ਵਿੱਚ ਜਿਹੜੇ ਲੀਡਰ ਤੁਹਾਡੇ ਕੋਲ ਵੋਟਾਂ ਲੈਣ ਦੇ ਲਈ ਆਏ ਸੀ, ਅੱਜ ਉਹ ਕਿਤੇ ਦਿਖਦੇ ਆ? ਕੋਈ ਮਦਦ ਵਾਸਤੇ ਆਇਆ ਤੁਹਾਡੀ? ਬਿਲਕੁਲ ਨਹੀਂ, ਕੋਈ ਨਹੀਂ ਆਇਆ ਜੀ। ਸਿਰਫ ਇੱਕ ਡਰਾਮੇ ਆ। ਅੱਜ ਉਹ ਸਰਕਾਰ ਆ ਗਈ, ਕੱਲ੍ਹ ਨੂੰ ਦੂਈ ਆ ਗਈ, ਰਲ ਮਿਲ ਕੇ ਗੱਠਜੋੜ ਕਰਿਆ ਹੋਇਆ ਵੀ ਅੱਜ ਤੁਸੀਂ ਖਾ ਲਓ, ਤੁਸੀਂ ਨਾ ਬੋਲਿਓ, 10 ਦਿਨ ਨੂੰ ਦੁਬਾਰਾ ਸਾਡੀ ਆਊਗੀ, ਅਸੀਂ ਨਹੀਂ ਬੋਲੂਗੇ। ਤਾਂ ਅਸੀਂ ਉਹਨਾਂ ਲੀਡਰਾਂ ਨੂੰ, ਸਰਕਾਰਾਂ ਨੂੰ ਚੁਣਦੇ ਆ ਰਹੇ, ਤੁਸੀਂ ਅੱਜ ਸੜਕਾਂ ਤੇ ਬੈਠੇ, ਅਗਰ ਇਹੀ ਹਾਲ ਆ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਕੀ ਹੋਊਗਾ? ਕੀ ਲੱਗਦਾ? ਭੁੱਖੇ ਮਰਨਗੇ, ਦੁਨੀਆ ਸਾਰੀ ਮਰੂਗੀ। ਕੀ ਲੱਗਦਾ ਕਿ ਜਿਹੜੀਆਂ ਹੈਗੀ ਖੇਤਰੀ ਪਾਰਟੀਆਂ ਬਣਾਉਣ ਦੀ ਲੋੜ ਆ ਕਿਸਾਨਾਂ ਨੂੰ ਆਪਣੀਆਂ ਪਾਰਟੀਆਂ, ਕਿਉਂਕਿ ਲੀਡਰ ਹਰ ਵਾਰੀ ਜਿਹੜੀ ਹੈਗੀ ਆ ਬੇਵਕੂਫ ਬਣਾ ਕੇ ਵੋਟਾਂ ਲੈ ਜਾਂਦੇ ਆ ਤੇ ਮੁੜ ਕੇ ਖੜਦੇ ਨਹੀਂ ਆ। ਕੀ ਲੱਗਦਾ ਕਿਸਾਨਾਂ ਨੂੰ ਕੋਈ ਆਪਣੀ ਜਿਹੜੀ ਹੈਗੀ ਆ ਪਾਰਟੀ ਬਣਾ ਕੇ ਅੱਗੇ ਆਉਣ ਦੀ ਲੋੜ, ਆਪਣੀਆਂ ਸਰਕਾਰਾਂ ਬਣਾਉਣ ਦੀ? ਪਾਰਟੀਆਂ ਤਾਂ ਬਣ ਗਈਆਂ ਜੀ, ਅੱਗੇ ਹੋਰ ਬਣਨਗੀਆਂ। ਜਗਦੀਪ ਸਲੀ ਜੀ, ਤੁਸੀਂ ਵੀ ਲਗਾਤਾਰ ਕਵਰ ਕਰ ਰਹੇ ਹੋ, ਸਾਰਾ ਸੰਘਰਸ਼ ਨੂੰ ਤਾਂ ਕਵਰ ਕਰ ਰਹੇ ਹੋ। ਦੇਖਿਆ ਹਾਲਾਤ ਕਿ ਆਮ ਤੌਰ ਤੇ ਕਿ ਬੰਦਾ ਜੇ ਕੋਈ ਨੁਕਸਾਨ ਕਰ ਦਿੰਦਾ ਸਰਕਾਰੀ ਪ੍ਰਾਪਰਟੀ ਦਾ, ਪਰਚੇ ਦਰਜ ਕਰ ਦਿੱਤੇ ਜਾਂਦੇ ਆ। ਤੇ ਅੱਜ ਅਸੀਂ ਦੇਖਿਆ ਬੀਤੀ ਰਾਤ ਖੁਦ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਮੇਨ ਹਾਈਵੇ, ਨੈਸ਼ਨਲ ਹਾਈਵੇ ਜੋ ਲੋਕਾਂ ਦੇ ਕਰੋੜਾਂ ਰੁਪਏ ਦੇ ਟੈਕਸ ਨਾਲ ਬਣਾਏ ਹੋਏ ਆ, ਉਹਨਾਂ ਨੂੰ ਪੁੱਟ ਕੇ ਉੱਥੇ ਡੂੰਘੇ ਖੱਡੇ ਪਾਏ ਜਾ ਰਹੇ ਆ, ਮਤਲਬ ਬਰਬਾਦ ਕੀਤਾ ਜਾ ਰਿਹਾ ਤਾਂ ਕਿ ਕਿਸਾਨਾਂ ਨੂੰ ਰੋਕਿਆ ਜਾ ਸਕੇ। ਹਰਿਆਣੇ ਦੇ ਜਿਹੜੇ ਹੈਗੇ ਬਾਰਡਰ ਇਸ ਤਰ੍ਹਾਂ ਬਣਾਤੇ ਜਿੱਦਾਂ ਭਾਰਤ ਪਾਕਿਸਤਾਨ ਦੇ ਬਾਰਡਰ ਹੁੰਦੇ ਹੋਣ। ਕੀ ਮੰਨਦੇ ਹੋ ਜਿਹੜਾ ਕਿ ਸਰਕਾਰਾਂ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ ਜਾਂ ਪੁਲਿਸ ਪ੍ਰਸ਼ਾਸਨ ਵਾਸਤੇ ਕੋਈ ਕਾਨੂੰਨ? ਇਹ ਕਹਿੰਦੇ ਸੀ ਕਰੋਨਾ, ਜੇ ਕਰੋਨਾ ਦਾ ਡਰ ਸੀ ਹਰਿਆਣਾ ਨੂੰ, ਫਿਰ ਕਿਸਾਨ ਜਦੋਂ ਐਂਟਰ ਕਰ ਹੀ ਗਏ ਤਾਂ ਉਹਨਾਂ ਨੂੰ ਜਲਦੀ ਕੱਢੋ, ਦਿੱਲੀ ਬਾੜੋ, ਆਪਣੀ ਸਟੇਟ ਨੂੰ ਸੇਫ ਕਰੋ। ਤੁਸੀਂ ਆਪਣੀ ਸਟੇਟ ਦੇ ਵਿੱਚ ਪਿੱਛੋਂ ਵੀ ਬਲੌਕ ਕਰ ਦਿੱਤੇ, ਫਿਰ ਬਾਅਦ ਦੇ ਵਿੱਚ ਰਸਤੇ ਇਹਨਾਂ ਨੇ ਤੇ ਮੋਹਰੋਂ ਵੀ ਟਰੱਕ ਖੜਵਾ ਦਿੱਤੇ, ਤੇ ਕਿਸਾਨਾਂ ਨੂੰ ਤਾਂ ਹਰਿਆਣੇ ਦੇ ਵਿੱਚ ਹੁਣ ਖੱਟੜ ਸਰਕਾਰ ਨੇ ਇੱਥੇ ਕਰ ਲਿਆ। ਤੇ ਇਹਦੀ ਜ਼ਿੰਮੇਵਾਰ ਹੁਣ ਜੇ ਕਰੋਨਾ ਦੀ ਬਿਮਾਰੀ ਫੈਲਦੀ ਹੈ, ਕੋਈ ਵੀ ਬਿਮਾਰੀ, ਫਿਰ ਖੱਟੜ ਸਰਕਾਰ ਜ਼ਿੰਮੇਵਾਰ ਹੈ, ਕਿਸਾਨ ਨਹੀਂ ਹੈਗੇ। ਇੱਕ ਬੰਦੂਕ ਆਉਂਦੀ ਹੈ, ਉਹਨੂੰ ਕਹਿੰਦੇ ਆ ਵੀ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲੀ ਬੰਦੂਕ, ਲੰਮੀ, ਤੇ ਮੋਦੀ ਸਾਹਿਬ ਨੇ ਖੱਟੜ ਦੇ ਮੋਢੇ ਦੇ ਉੱਤੇ ਰੱਖੀ ਹੋਈ ਹੈ, ਉਹ ਚੱਲ ਰਹੀ ਹੈ। ਇਹ ਜਿਸ ਦਿਨ ਖੱਟੜ ਹਿਲਜੁਲ ਕਰੂਗਾ, ਇਹ ਕਿਸੇ ਹੋਰ ਦੇ ਮੋਢੇ ਤੇ ਰੱਖ ਕੇ ਫਿਰ ਖੱਟੜ ਵੱਲ ਨੂੰ ਵੀ ਮੂੰਹ ਹੋ ਜਾਣਾ, ਕਿਉਂਕਿ ਸਕੇ ਨਹੀਂ ਹੈ ਕਿਸੇ ਦੇ ਵੀ। ਇਹ ਦਿੱਲੀ ਵੱਲ ਨੂੰ ਆਏ ਸੀ ਤਾਂ ਹਰਿਆਣਾ ਸਰਕਾਰ ਨੂੰ ਤਾਂ ਇਹ ਕਹਿਣਾ ਚਾਹੀਦਾ ਸੀ ਵੀ ਜੇ ਆ ਰਹੇ ਨੇ ਚਲੋ ਠੀਕ ਹੈ, ਚਾਹੇ ਤੁਹਾਡਾ ਰੋਸ ਪ੍ਰਦਰਸ਼ਨ, ਅਸੀਂ ਤੁਹਾਡੇ ਲਈ ਚਾਹ ਪਾਣੀ ਦੇ ਵੀ ਪ੍ਰਬੰਧ ਕੀਤੇ ਨੇ, ਲੰਗਰ ਦੇ ਵੀ, ਤੁਹਾਡੇ ਨਹਾਉਣ ਧੋਣ ਦੇ ਵੀ ਪ੍ਰਬੰਧ ਕੀਤੇ ਨੇ, ਪਰ ਇੱਥੇ ਜਿਹੜਾ ਸਰਕਾਰਾਂ ਨੇ ਖੱਡੇ ਪੁੱਟ ਦਿੱਤੇ ਆ। ਮੈਂ ਕਹਿੰਦਾ ਇਹ ਖੱਡੇ ਪੁੱਟੇ ਆ ਤਾਂ ਫਿਰ ਇਹਨਾਂ ਨੇ ਆਪਣੇ ਲਈ ਪੁੱਟੇ ਆ ਇਹ ਖੱਡੇ। ਰਾਤ ਦੇ 1 ਵਜੇ ਬੈਠੇ ਆ ਬਰਾਤੀ, ਤੇ ਜਿਹੜਾ ਇਹ ਕਹਿੰਦੇ ਫਿਰ ਵਿੱਚ ਆਊਗਾ ਨਾ, ਫਿਰ ਉਹਨੂੰ ਭਾਜੀ ਪਾਉਣਗੇ। ਬਹੁਤ ਲੀਡਰ ਨੇ ਪੰਜਾਬ ਦੇ ਵਿੱਚ ਵੀ ਨੇ, ਇੱਥੇ ਵੀ ਹੋਣਗੇ, ਹਰਿਆਣੇ ਦੇ ਵਿੱਚ, ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਿਸਾਨਾਂ ਦੇ ਨਾਲ ਆ, ਘਬਰਾਓ ਨਾ। ਤੇ ਹੁਣ ਆਏ ਕਿਉਂ ਨਹੀਂ? ਤੇ ਜੇ ਕਿਸਾਨਾਂ ਦੇ ਨਾਲ ਆ, ਕਿਸਾਨ ਤਾਂ 1 ਵਜੇ ਤੱਕ, ਰਾਤ ਦੇ ਵਜੇ ਤੱਕ ਇੱਥੇ ਬੈਠੇ ਤੱਪੜਾਂ ਦੇ ਉੱਤੇ, ਤੇ 2 ਘੰਟੇ ਤੱਪੜਾਂ ਦੇ ਉੱਤੇ ਇੱਥੇ ਬੈਠ ਕੇ ਦਿਖਾ ਦੇਵੇ ਲੀਡਰਾਂ ਨੂੰ ਨਾ 10-10 ਗੋਲੀਆਂ ਖਾਣੀਆਂ ਪੈ ਗਈਆਂ। ਧੰਨ ਨੇ ਇਹ ਲੋਕ, ਪਰ ਜੇ ਲੀਡਰ ਇੱਥੇ ਆਉਂਦੇ ਤਾਂ ਉਹਨਾਂ ਦੀ ਡਿਸਕਾਂ ਨੂੰ ਬੈਲਟਾਂ ਜ਼ਰੂਰ ਲਾਉਣੀਆਂ ਪੈ ਜਾਣੀਆਂ ਸੀ। ਬੀਜੇਪੀ ਦੇ ਪੰਜਾਬ ਦੇ ਵਿੱਚ ਲੀਡਰ ਘੱਟ ਬੋਲਦੇ ਆ, ਸਾਡੇ ਅਕਾਲੀ ਦਲ ਦੇ ਜ਼ਿਆਦਾ ਬੋਲ ਰਹੇ ਆ ਤੁਹਾਡੇ ਹੱਕ ਵਿੱਚ। ਉਹ ਕਹਿੰਦੇ ਜੇ ਸਾਡੀ ਗੱਲ ਨਹੀਂ ਮੰਨੀ ਅਸੀਂ ਤਾਂ ਹੀ ਅਸਤੀਫਾ ਦਿੱਤਾ, ਸਾਨੂੰ ਕਹਿੰਦੇ ਸੀ ਭਰੋਸਾ ਦਿੱਤਾ ਸੀ। ਪਹਿਲਾ ਭਰੋਸਾ ਸਹਿਰਕਤ ਕੀਤੇ। 3.5 ਮਹੀਨੇ ਤੁਸੀਂ ਬੈਠੇ ਆ ਸਰਕਾਰ ਦੇ ਵਿੱਚ, ਸਾਰਾ ਕੁਝ ਮੰਨ ਲਿਆ, ਉਹ ਤੋਂ ਬਾਅਦ ਹੁਣ ਜਦੋਂ ਕਿਸਾਨ ਤੁਰ ਪਏ ਆ ਤੇ ਹੁਣ ਸ਼ਹੀਦ ਹੋ ਗਏ। 500 ਕਿਲੋਮੀਟਰ, 350, 400 ਕਿਲੋਮੀਟਰ ਤੱਕ ਟਰੈਕਟਰਾਂ ਤੇ ਦਿੱਲੀ ਪਹੁੰਚਣਾ ਸੌਖਾ ਕੰਮ ਨਹੀਂ, ਪਰ ਕਿਸਾਨਾਂ ਲਈ ਕੋਈ ਔਖਾ ਕੰਮ ਨਹੀਂ। ਜਦੋਂ ਕਿਸਾਨ ਆਉਂਦਾ ਆਪਣੀ ਆਈ ਤੇ ਹਨੇਰੀਆਂ ਲਿਆਂਦਾ, ਹਨੇਰੀਆਂ, ਠੀਕ ਆ, ਇਹ ਹਨੇਰੀਆਂ ਜਿਹੜੀਆਂ ਹੁਣ ਸਰਕਾਰ ਨੂੰ ਮੂਹਰੇ ਦਿਸਣਗੀਆਂ ਵੀ ਕਿਸਾਨ ਕੀ ਕਰ ਸਕਦਾ। ਜੇ ਸਰਕਾਰਾਂ ਬਣਾ ਸਕਦਾ ਤਾਂ ਪੁੱਟ ਕੇ ਸਿੱਟ ਵੀ ਸਕਦਾ।
ਹਨੇਰੀਆਂ ਜਿਹੜੀਆਂ ਤੁਸੀਂ ਲਿਆ ਰਹੇ ਹੋ ਕੋਈ ਬਦਲਾਅ ਆਊਗਾ ਇਹਦੇ ਨਾਲ? ਕੀ ਲੱਗਦਾ ਕਿ ਹਨੇਰੀਆਂ ਜਿਹੜੀ ਸਰਕਾਰ ਨੇ ਵੀ ਪੂਰਾ ਜ਼ੋਰ ਲਾਇਆ ਵਾ ਕਿ ਹਨੇਰੀਆਂ ਨੂੰ ਦਬਾਇਆ ਜਾ ਸਕੇ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਸੱਜਣ ਸਿੰਘ ਸੈਣੀ। ਸਮਾਂ ਰਾਤ ਦਾ 1 ਵੱਜ ਚੁੱਕਾ ਹੈ। ਅਸੀਂ ਮੌਜੂਦ ਹਾਂ ਕੁੰਡਲੀ ਬਾਰਡਰ ਤੇ ਦਿੱਲੀ ਦੇ ਨਜ਼ਦੀਕ, ਜਿੱਥੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜਨ ਦੇ ਲਈ ਦਿੱਲੀ ਜਾ ਰਹੇ ਸੀ। ਉਹਨਾਂ ਨੂੰ ਰੋਕਿਆ ਗਿਆ ਇੱਥੇ ਜਿਹੜੇ ਹੈਗੇ ਆ ਬੈਰੀਗੇਟ ਲਗਾ ਕੇ ਪੁਲਿਸ ਵੱਲੋਂ। ਤੇ ਇੱਥੇ ਰਾਤ ਦੇ 1 ਵਜੇ ਅਸੀਂ ਜਦੋਂ ਰੋਟੀ ਖਾ ਕੇ ਆਏ ਤਾਂ ਦੇਖਿਆ ਕਿ ਕਿਸਾਨ ਵੀਰ ਆਪਸ ਵਿੱਚ ਬੈਠ ਕੇ ਆਪਣੇ ਦੁੱਖ ਸੁੱਖ ਸਾਂਝੇ ਕਰ ਰਹੇ ਸੀ। ਵਿੱਚੇ ਹਰਿਆਣੇ ਦੇ ਕਿਸਾਨ ਨੇ ਤੇ ਵਿੱਚੇ ਪੰਜਾਬ ਦੇ ਕਿਸਾਨ ਨੇ। ਤੇ ਦਿਲ ਕੀਤਾ ਕਿ ਇਹਨਾਂ ਨਾਲ ਗੱਲਬਾਤ ਕਰਕੇ ਜਾਣੀਏ ਕਿ ਅਜਿਹੇ ਜਿਹੜੇ ਦਿਨ ਅੱਜ ਕੱਟ ਰਹੇ ਨੇ ਕਿ ਪਹਿਲਾਂ ਅਜਿਹੇ ਹਾਲਾਤਾਂ ਦੇ ਵਿੱਚ ਲੰਘੇ ਆ ਕਿ ਨਹੀਂ। ਸਤਿ ਸ਼੍ਰੀ ਅਕਾਲ ਭਾਜੀ। ਕੀ ਨਾਮ ਜੀ? ਗੁਰਦੇਵ ਸਿੰਘ ਜੀ, ਕਿਹੜੀ ਜਗ੍ਹਾ ਤੋਂ? ਅੰਬਾਲੇ ਤੋਂ ਜੀ, ਪਿੰਡ ਪੜੋਗ। ਅੰਬਾਲੇ ਤੋਂ। ਇਹ ਜਿਹੜੇ ਹਾਲਾਤ ਅੱਜ ਤੁਸੀਂ ਦੇਖ ਰਹੇ ਹੋ ਪਹਿਲਾਂ ਵੀ ਕਦੇ ਦੇਖੇ? ਨਹੀਂ, ਕਦੇ ਨਹੀਂ ਦੇਖੇ ਜੀ, ਇਹ ਹਾਲਾਤ ਕਦੇ ਨਹੀਂ ਦੇਖੇ। ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ? ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਆ ਜੀ। ਨਲਾਇਕ ਸਰਕਾਰ ਆ ਜੀ ਉਹ, ਇਸ ਨੇ ਪੱਠਾ ਬਿਠਾ ਦਿਆ ਬਿਲਕੁਲ। ਕਿਹੜੀ ਸਰਕਾਰ? ਮੋਦੀ ਸਰਕਾਰ ਜੀ, ਖੱਟਰ ਸਰਕਾਰ ਹਰਿਆਣੇ ਤੋਂ। ਤੁਸੀਂ ਕਹਿੰਦੇ ਸਰਕਾਰ ਨੇ ਕੀਤਾ ਤੇ ਸਰਕਾਰਾਂ ਚੁਣੀਆਂ ਵੀ ਅਸੀਂ ਹੋ ਆ। ਬਿਲकुल ਜੀ, ਅਸੀਂ ਕੌਣ ਜ਼ਿੰਮੇਵਾਰ? ਅਸੀਂ ਜ਼ਿੰਮੇਵਾਰ ਆ ਜੀ। ਅਸੀਂ ਲੱਗ ਜਾਂਦੇ ਆ ਜੀ ਇਨਕੇ ਪਿੱਛੇ। ਤੇ 70 ਸਾਲ ਹੋ ਗਏ ਆਜ਼ਾਦ ਹੋਏ ਨੂੰ, 70 ਸਾਲ ਤੋਂ ਵੱਧ ਸਮਾਂ ਹੋ ਗਿਆ ਸਾਡੇ ਦੇਸ਼ ਨੂੰ। ਹਰ ਵਾਰੀ ਹਰ ਸਾਲ ਅਸੀਂ ਦੇਖਦੇ ਅਸੀਂ ਵੀ ਮੀਡੀਆ ਦੇ ਵਿੱਚ 15-20 ਸਾਲਾਂ ਤੋਂ ਆ, ਹਰ ਸਾਲ ਇਸ ਤਰ੍ਹਾਂ ਹੀ ਧਰਨਿਆਂ ਤੇ ਬਹਿੰਦੇ ਆ ਲੋਕ, ਸੜਕਾਂ ਤੇ ਆ, ਸਰਕਾਰਾਂ ਨੂੰ ਮਾੜਾ ਕਹਿੰਦੇ ਆ, ਫਿਰ ਉਹੀ ਦੁਬਾਰਾ ਸਰਕਾਰਾਂ ਚੁਣ ਲੈਂਦੇ ਆ। ਕੀ ਕਾਰਨ ਕੀ? ਕਾਰਨ ਹੋਰ ਕੋਈ ਆਪਸ਼ਨ ਹੀ ਨਹੀਂ ਆ ਜੀ। ਕਿ ਸਾਡੇ ਦੇਸ਼ 'ਚ ਇਮਾਨਦਾਰ ਲੀਡਰ ਮੁੱਕ ਗਏ, ਇਮਾਨਦਾਰ ਪਾਰਟੀਆਂ ਮੁੱਕ ਗਈਆਂ। ਹਾਂ ਜੀ, ਮੁੱਕ ਗਈਆਂ ਜੀ। ਈਮਾਨਦਾਰ ਤਾਂ ਹੀ ਨਹੀਂ ਹੈ ਜੀ। ਕਿੱਦਾਂ ਸੁਧਾਰ ਹੋਊਗਾ ਦੇਸ਼ ਦਾ? ਫਿਰ ਇਹੀ ਹਾਲਾਤ ਰਹੂਗੇ। ਬਸ ਸੁਧਾਰ ਤੋਂ ਆਪ ਖੜੇ ਹੋਣਾ ਪੜੇਗਾ ਜੀ। ਜਦੋਂ ਸੁਧਾਰ ਹੋਵੇਗਾ, ਐਦਾਂ ਕੋਈ ਸੁਧਾਰ ਨਹੀਂ ਹੁੰਦਾ ਹੈ। ਕੋਈ ਉਮੀਦ ਲੱਗਦੀ ਆ? ਹਾਂ, ਉਮੀਦ ਵਾਸਤੇ ਹੀ ਆਏ ਜੀ। ਹਾਂ ਸੀ ਉਮੀਦ ਸਰਕਾਰ ਬਣਾਉਣ ਦੀ ਆ ਖੇਤੀ ਕਾਨੂੰਨ ਰੱਦ ਕਰਾਉਣ ਦੀ? ਖੇਤੀ ਕਾਨੂੰਨ ਰੱਦ ਹੋਵਾਂਗੇ ਜੀ ਤਾਂ ਉਮੀਦ ਬਣਾਗੀ ਜੀ। ਉਹੀ ਕਰਾਣ ਆ ਰਹੇ ਆ ਜੀ। ਹਾਂ ਸੀ। ਬਿਲਕੁਲ ਜੀ। ਕੀ ਨਾਮ ਭਾਜੀ? ਸੁਖਚੈਨ ਸਿੰਘ ਹੈ ਜੀ। ਅੱਜ ਸੜਕ ਦੇ ਉੱਤੇ ਤੁਸੀਂ ਰਾਤਾਂ ਕੱਟ ਰਹੇ ਹੋ, ਕੀ ਲੱਗਦਾ ਜਿੱਤ ਹੋਊਗੀ? ਬਿਲਕੁਲ ਹੋਗੀ ਜੀ। ਜਿੱਤਣ ਵਾਸਤੇ ਆਏ ਆ, ਹਾਰਨ ਤੱਕ ਦੇ ਸਿੱਖੇ ਨਹੀਂ। ਉਧਰ ਮੋਦੀ ਸਾਹਿਬ ਅੜੇ ਹੋਏ ਆ, ਉਹ ਕਹਿੰਦੇ ਮੈਂ ਹਰ ਹਾਲਤ ਦੇ ਵਿੱਚ ਜਿਹੜੇ ਹੈਗੇ ਆ ਕਾਨੂੰਨ ਇਹ ਲਾਗੂ ਹੋ ਕੇ ਰਹਿਣੇ। ਇਹ ਤਾਂ ਤੁਹਾਨੂੰ ਕੱਲ ਤੱਕ ਪਤਾ ਹੀ ਲੱਗ ਜੂਗਾ ਕੀ ਹੋਊਗਾ। ਚੁਕਾ ਕੇ ਛੱਡਾਂਗੇ, ਝੁਕਣਾ ਤਾਂ ਸਿੱਖਿਆ ਹੀ ਨਹੀਂ। ਇਹ ਤਾਂ ਗੱਲ ਸੋਚ ਕੇ ਆਏ ਵੇ ਆ, ਮਰ ਜਾਾਂਗੇ ਜਾਂ ਮਾਰ ਦਾਂਗੇ, ਇਹ ਹੋਊਗਾ। ਤੁਹਾਡੇ ਹਰਿਆਣੇ ਦੇ ਲੀਡਰ ਤਾਂ ਕਾਫੀ ਗ੍ਰਿਫਤਾਰ ਵੀ ਕੀਤੇ, ਰਾਤ ਪਰਚੇ ਵੀ ਦਰਜ ਕਰਤੇ। ਉਹ ਤਾਂ ਕੀਤੇ ਆ ਨਾ ਵੀ ਲੋਕ ਡਰ ਜਾਣਗੇ, ਪਰ ਡਰਦੇ ਨਹੀਂ। ਜਿਨ੍ਹਾਂ ਨੂੰ ਜਨੂਨ ਹੁੰਦਾ ਉਹ ਸਿਰੇ ਜਾਂਦੇ ਆ। ਤੇ ਜੇ ਕੱਲ ਨੂੰ ਗੋਲੀ ਚੱਲ ਪਈ, ਹੋਰ ਲਾਠੀ ਚਾਰਜ ਹੁੰਦਾ? ਅਸੀਂ ਅੱਗੇ ਖੜਾਂਗੇ ਸਭ ਤੋਂ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਗੋਲੀ ਵੀ ਤਾਂ ਇਨਸਾਨਾਂ ਦੀ ਚੱਲਦੀ ਹੈ, ਕਿਹੜਾ ਜਾਨਵਰਾਂ ਦੀ ਚੱਲੂਗੀ। ਤੇ ਤੁਹਾਡੇ ਪੰਜਾਬ ਦੇ ਭਰਾ ਵੀ ਆਏ ਹੋਏ ਆ, ਤੁਸੀਂ ਕਿੰਨਾ ਕੁ ਉਹਨਾਂ ਦੀ ਹੈਲਪ ਕਰ ਰਹੇ ਹੋ? ਪਹਿਲਾਂ ਛੋਟਾ ਭਰਾ ਅੱਗੇ ਖੜੂ, ਜਦੋਂ ਛੋਟਾ ਭਰਾ ਦਮ ਮਾਰ ਗਿਆ ਤਾਂ ਫਿਰ ਬੜੇ ਭਰਾ ਨੂੰ ਬੁਲਾ ਲਾਂਗੇ। ਜਦ ਤੱਕ ਛੋਟਾ ਭਰਾ ਖੜਾ ਉਦੋਂ ਤੱਕ ਪੰਜਾਬ ਨੂੰ ਪਿੱਛੇ ਹੀ ਰੱਖਾਂਗੇ। ਜਦ ਤੱਕ ਸਾਡਾ ਲੜੀ ਜਾਊਗੀ ਨਹੀਂ, ਉਹ ਤੋਂ ਮਦਦ ਮੰਗ ਲਾਂਗੇ। ਬੜੇ ਭਾਈ ਨੂੰ ਤਾਂ ਪਿੱਛੇ ਹੀ ਰੱਖਣਾ ਪੈਂਦਾ ਨਾ, ਪਹਿਲਾਂ ਛੋਟੇ ਹੀ ਕੰਮ ਕਰਦੇ ਆ। ਤੇ ਚੋਣਾਂ ਦੇ ਵਿੱਚ ਜਿਹੜੇ ਲੀਡਰ ਤੁਹਾਡੇ ਕੋਲ ਵੋਟਾਂ ਲੈਣ ਦੇ ਲਈ ਆਏ ਸੀ, ਅੱਜ ਉਹ ਕਿਤੇ ਦਿਖਦੇ ਆ? ਕੋਈ ਮਦਦ ਵਾਸਤੇ ਆਇਆ ਤੁਹਾਡੀ ਅੱਗੇ? ਬਿਲਕੁਲ ਨਹੀਂ, ਕੋਈ ਨਹੀਂ ਆਇਆ ਜੀ। ਸਿਰਫ ਇੱਕ ਡਰਾਮੇ ਆ। ਅੱਜ ਉਹ ਸਰਕਾਰ ਆ ਗਈ, ਕੱਲ੍ਹ ਨੂੰ ਦੂਈ ਆ ਗਈ, ਰਲ ਮਿਲ ਕੇ ਗੱਠਜੋੜ ਕਰਿਆ ਹੋਇਆ ਵੀ ਅੱਜ ਤੁਸੀਂ ਖਾ ਲਓ, ਤੁਸੀਂ ਨਾ ਬੋਲਿਓ, 10 ਦਿਨ ਨੂੰ ਦੁਬਾਰਾ ਸਾਡੀ ਆਊਗੀ, ਅਸੀਂ ਨਹੀਂ ਬੋਲੂਗੇ। ਗੱਲ ਇਹ ਹੋਈ ਵੀ ਆ। ਇਹ ਸਰਕਾਰ ਜ਼ਿਆਦਾ ਹੀ ਮਾੜੀ ਹੋਊਗੀ। ਇਹਨੇ ਤਾਂ ਇੰਨਾ ਹੀ ਅੰਤ ਚੱਕਤਾ ਵੀ ਕਿਸੇ ਵੀ ਕੰਮ ਨੂੰ ਸੁਣਦੀ ਹੀ ਨਹੀਂ ਹੈ। ਬਿਲਕੁਲ ਜੀ। ਪੰਜਾਬ ਤੋਂ ਵੀ ਆਏ ਆ ਬਜ਼ੁਰਗ। ਬਜ਼ੁਰਗੋ ਕੀ ਨਾਮ? ਹਰਦੇਵ ਸਿੰਘ, ਕਿਹੜੀ ਜਗ੍ਹਾ ਤੋਂ? ਇਹ ਜਲੰਧਰ ਜ਼ਿਲ੍ਹਾ ਜੀ। ਹਰਿਆਣੇ ਵਾਲੇ ਭਰਾ ਕਹਿੰਦੇ ਅਸੀਂ ਪਹਿਲਾਂ ਜਿਹੜੀ ਹੈਗੀ ਗੋਲੀ ਖਾਣ ਨੂੰ ਤਿਆਰ ਆ, ਤੁਸੀਂ ਵੀ ਜਿਹੜਾ ਹੈਗਾ ਲੜਾਈ ਲੜਦੇ ਆ ਰਹੇ ਪਿੱਛੇ ਤੋਂ, ਕਿਵੇਂ ਦੇਖ? ਅਸੀਂ ਤਾਂ ਬਹੁਤ ਵਧੀਆ ਦੇਖ ਰਹੇ ਹਾਂ। ਇਹ 25 ਤਰੀਕ ਦੇ ਅਸੀਂ ਤੁਰੇ ਹਾਂ ਪੰਜਾਬ ਤੋਂ, ਤੇ ਜਦੋਂ ਦੇ ਹਰਿਆਣੇ 'ਚ ਬੜੇ ਆ, ਬੈਰੀਅਰ ਤੋੜੇ ਆ, ਦੂਜਾ ਕੀਤਾ, ਸਾਡੇ ਭਰਾ ਸਾਡੇ ਨਾਲ ਖੜੇ ਸੀ ਤੇ ਸਾਨੂੰ ਬਹੁਤ ਉਤਸ਼ਾਹ ਮਿਲਿਆ ਇਸ ਗੱਲ ਤੋਂ। ਕਿਤੇ ਨਾ ਕਿਤੇ ਘੁਸਪੈਠ ਕੀਤੀ ਜਾ ਰਹੀ ਹੈ, ਇਹਨੂੰ ਹਰਿਆਣੇ ਪੰਜਾਬ ਦੀ ਲੜਾਈ ਬਣਾਇਆ ਜਾ ਰਿਹਾ ਵੀ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਕੀ ਲੱਗਦਾ ਕਿ ਸਫਲ ਹੋਣਗੇ ਵਿਰੋਧੀ? ਇਹ ਤੁਸੀਂ ਇਸ ਗੱਲ ਨੂੰ ਹੋਰ ਢੰਗ ਨਾਲ ਲੈ ਰਹੇ ਆ। ਪੰਜਾਬ ਹਰਿਆਣੇ ਦੀ ਕੋਈ ਪ੍ਰੋਬਲਮ ਨਹੀਂ ਪੈਦਾ ਕਰ ਰਹੇ।
ਸਿਆਸਤ ਦੀ ਪ੍ਰੋਬਲਮ ਆ। ਜਿਹੜੀ ਮੋਦੀ ਸਰਕਾਰ ਆ ਨਾ, ਉਹਨਾਂ ਨੇ ਇੱਕ ਢੰਗ ਨਾਲ ਇਸ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਪੰਜਾਬ 'ਚ ਹੀ ਇਹ ਐਜੂਕੇਸ਼ਨ ਰਲ ਜਾਣ, ਅਸੀਂ ਇਹਨਾਂ ਨੂੰ ਦਬਾ ਲੈਣਾ। ਉਹ ਜਿਹੜੀ ਨਹਿਰ ਨੂੰ ਲੈ ਕੇ, ਜਿਹੜਾ ਪੰਜਾਬ ਦਾ ਪਾਣੀਆਂ ਨੂੰ ਲੈ ਕੇ ਕਿਤੇ ਨਾ ਕਿਤੇ ਵੰਡਣ ਦੀ ਕੋਸ਼ਿਸ਼ ਕੀਤੀ ਗਈ ਆ, ਵਿੱਚ ਬਿਆਨਬਾਜ਼ੀ ਹੋਈ। ਉਹ ਸਿਆਸੀ ਮਸਲੇ ਆ, ਸਿਆਸਤ ਆ। ਅਕਾਲੀ ਜਿਹੜੀ ਸਿਆਸਤ ਤੋਂ ਅਸੀਂ ਦੂਰ ਉੱਠ ਕੇ ਸਿਰਫ ਤਾਂ ਸਿਰਫ ਕਿਸਾਨੀ ਦੀ ਗੱਲ ਕਰਨੀ ਆ। ਪਾਣੀ ਵੀ ਸਾਡੇ ਹੀ ਆ, ਸਾਡੇ ਭਰਾਵਾਂ ਦਾ ਹੀ ਆ, ਉਹ ਬਾਅਦ 'ਚ ਅਸੀਂ ਵੰਡ ਲਵਾਂਗੇ। ਪਹਿਲਾਂ ਸਾਡੀਆਂ ਜ਼ਮੀਨਾਂ 'ਤੇ ਜਿਹੜਾ ਕਬਜ਼ਾ ਹੋ ਰਿਹਾ ਅਸੀਂ ਉਹ ਰੋਕਣਾ। ਕੀ ਨਾਮ ਸਰ? ਬਲਜੀਤ ਸਿੰਘ ਹੈ ਜੀ। ਅੱਜ ਦੇਸ਼ ਦਾ ਅੰਨਦਾਤਾ ਸੜਕਾਂ ਤੇ ਰੁਲ ਰਿਹਾ, ਤੇ ਜਿਹੜੇ ਲੀਡਰ ਚੁਣ ਕੇ ਭੇਜੇ ਸੀ ਕਿਸਾਨਾਂ ਦੇ ਹੱਕਾਂ ਦੀ ਰਾਖੀ ਦੇ ਖਾਤਰ, ਉਹ ਅੱਜ ਹੀਟਰਾਂ ਦੇ ਵਿੱਚ ਆਰਾਮ ਨਾਲ ਰਜਾਈਆਂ ਦੇ ਵਿੱਚ ਘਰਾੜੇ ਮਾਰ ਰਹੇ। ਕਿਵੇਂ ਦੇਖਦੇ ਹੋ? ਉਹਨਾਂ ਤਾਂ ਜੀ ਮਾੜੀ ਨਿਗਾਹ ਨਾਲ ਹੀ ਦੇਖੂਗੇ, ਉਹਨਾਂ ਕਰਕੇ ਹੀ ਅੱਜ ਉਰੇ ਬੈਠੇ ਹਾਂ ਅਸੀਂ। ਜੇ ਉਹ ਗਲਤ ਕਾਨੂੰਨ ਨਾ ਬਣਾਉਂਦੇ, ਨਾ ਉਰੇ ਆਉਣਾ ਪੈਂਦਾ, ਨਾ ਉਰੇ ਬੈਠਦੇ ਰਾਤ ਨੂੰ। ਤੇ ਲਗਾਤਾਰ ਅਸੀਂ ਉਹਨਾਂ ਲੀਡਰਾਂ ਨੂੰ, ਸਰਕਾਰਾਂ ਨੂੰ ਚੁਣਦੇ ਆ ਰਹੇ ਆ। ਤੁਸੀਂ ਅੱਜ ਸੜਕਾਂ ਤੇ ਬੈਠੇ, ਅਗਰ ਇਹੀ ਹਾਲ ਆ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਕੀ ਹੋਊਗਾ? ਕੀ ਲੱਗਦਾ? ਭੁੱਖੇ ਮਰਨਗੇ ਜੀ, ਦੁਨੀਆ ਸਾਰੀ ਓ ਮਰੂਗੀ। ਕਿ ਫਿਰ ਕੀ ਲੱਗਦਾ ਬਦਲਾਅ ਦੀ ਲੋੜ ਨਹੀਂ ਹੈਗੀ, ਕਿ ਬਦਲਾਅ ਹੋਣਾ ਚਾਹੀਦਾ? ਉਹੀ ਪਾਰਟੀਆਂ ਜਿਹੜੀਆਂ ਮੁੜ ਮੁੜ ਕੇ ਆਉਂਦੀਆਂ ਸੱਤਾਂ ਤੇ, ਜਦੋਂ ਵੋਟਾਂ ਹੁੰਦੀਆਂ ਉਦੋਂ ਤਾਂ ਬੜੇ ਬੜੇ ਜਿਹੜੇ ਹੈਗੇ ਦਾਅਵੇ ਕੀਤੇ ਜਾਂਦੇ, ਬੜੇ ਲਾਲਚ ਦਿੱਤੇ ਜਾਂਦੇ ਆ। ਸਾਡੇ ਲੋਕ ਵੀ ਜਿਹੜੀ ਦਾਰੂ ਦੀ ਬੋਤਲ ਦੇ ਵਿੱਚ ਆ ਕੇ ਜਿਹੜੀ ਫਟਾਫਟ ਵੋਟਾਂ ਪਾ ਦਿੰਦੇ ਆ, ਤੇ ਬਾਅਦ ਦੇ ਵਿੱਚ ਸੜਕਾਂ ਤੇ ਫਿਰ ਧਰਨੇ ਲਾਣੇ ਸ਼ੁਰੂ ਹੋ ਜਾਂਦੇ ਆ। ਕੀ ਲੱਗਦਾ ਕਿ ਜਿਹੜਾ ਹੈਗਾ ਦੇਸ਼ ਨੂੰ ਕੋਈ ਵਧੀਆ ਇਮਾਨਦਾਰ ਕੋਈ ਸਰਕਾਰ ਮਿਲੂਗੀ? ਇਹ ਤਾਂ ਨਹੀਂ ਜੀ ਕਹਿ ਸਕਦੇ, ਪਰ ਇਹ ਕਾਨੂੰਨ ਤਾਂ ਇਹਨਾਂ ਨੂੰ ਵਾਪਸ ਕਰਨੇ ਪੈਣਗੇ। ਇਹ ਤੋਂ ਬੁਰੀ ਸਰਕਾਰ ਤਾਂ ਕੋਈ ਵੀ ਨਹੀਂ ਆਈ ਪਹਿਲਾਂ ਕਦੇ। ਜਿੰਨੀ ਮਾੜੀ ਗਵਰਨਮੈਂਟ ਇਹ ਹੈ, ਪਹਿਲਾਂ ਕਦੇ ਵੀ ਨਹੀਂ ਆਈ ਇੰਨੀ। ਨਹੀਂ, ਚਲੋ ਆਹ ਕਾਨੂੰਨ ਕਿਸਾਨਾਂ ਦਾ ਕਹਿਣਾ ਜਿੱਤਾਂਗੇ, ਚਲੋ ਅਸੀਂ ਵੀ ਉਮੀਦ ਰੱਖੀ ਹੈ ਕਿ ਜ਼ਰੂਰ ਜਿੱਤਣੇ ਚਾਹੀਦੇ ਆ। ਇਹ ਕਾਨੂੰਨਾਂ ਤੋਂ ਬਾਅਦ 4 ਕਾਨੂੰਨ ਹੋਰ ਕੋਈ ਇਹੋ ਜਿਹੇ ਲਿਆਂਦੇ ਤਾਂ ਇਹੀ ਹਾਲਾਤ ਜਿਹੜੇ ਹੈਗੇ ਆ ਬਣੇ ਰਹੇ। ਕੀ ਲੱਗਦਾ ਕਿ ਬਦਲਾਅ ਹੋਣਾ ਚਾਹੀਦਾ ਕਿ ਨਹੀਂ? ਫਿਰ ਤਾਂ ਹੋਊਗਾ ਹੀ ਜੀ ਬਦਲਾਅ। ਤੇ ਅੱਜ ਕਿਸਾਨ ਇਕੱਠੇ ਹੋਏ ਆ, ਕਾਫੀ ਵੱਡਾ ਦੇਸ਼ ਭਰ 'ਚ ਹੌਲੀ ਹੌਲੀ ਪੰਜਾਬ ਹਰਿਆਣਾ ਨੇ ਪਹਿਲ ਕੀਤੀ ਆ। ਕੀ ਲੱਗਦਾ ਕਿ ਜਿਹੜੀਆਂ ਹੈਗੀ ਖੇਤਰੀ ਪਾਰਟੀਆਂ ਬਣਾਉਣ ਦੀ ਲੋੜ ਆ ਕਿਸਾਨਾਂ ਨੂੰ ਆਪਣੀਆਂ ਪਾਰਟੀਆਂ, ਕਿਉਂਕਿ ਲੀਡਰ ਹਰ ਵਾਰੀ ਜਿਹੜੀ ਹੈਗੀ ਆ ਬੇਵਕੂਫ ਬਣਾ ਕੇ ਵੋਟਾਂ ਲੈ ਜਾਂਦੇ ਆ ਤੇ ਮੁੜ ਕੇ ਖੜਦੇ ਨਹੀਂ ਆ। ਕੀ ਲੱਗਦਾ ਕਿਸਾਨਾਂ ਨੂੰ ਕੋਈ ਆਪਣੀ ਜਿਹੜੀ ਹੈਗੀ ਆ ਪਾਰਟੀ ਬਣਾ ਕੇ ਅੱਗੇ ਆਉਣ ਦੀ ਲੋੜ, ਆਪਣੀਆਂ ਸਰਕਾਰਾਂ ਬਣਾਉਣ ਦੀ? ਪਾਰਟੀਆਂ ਤਾਂ ਬਣ ਗਈਆਂ ਜੀ, ਅੱਗੇ ਅੱਗੇ ਹੋਰ ਬਣਨਗੀਆਂ। ਜੇ ਨਹੀਂ ਕਿਤੇ ਲੋਟ ਆਉਣਗੇ ਤਾਂ ਅੱਗੇ ਅੱਗੇ ਹੋਰ ਬਣਨਗੀਆਂ ਪਾਰਟੀਆਂ। ਕਿਸਾਨ ਯੂਨੀਅਨਾਂ ਹੋਰ ਬਣ ਗਈਆਂ, ਪਹਿਲਾਂ ਬਣ ਗਈਆਂ ਹੋਰ। ਕਿਸਾਨ ਯੂਨੀਅਨ, ਮੈਂ ਸਰਕਾਰ ਦੀ ਗੱਲ ਕਰਦਾ, ਅਗਰ ਸਰਕਾਰ ਦੇ ਲੈਵਲ ਦੀ ਕਰਕੇ ਕਿਸਾਨ ਯੂਨੀਅਨ ਤਾਂ ਬਹੁਤ ਹੈਗੀ ਆ। ਇਹਨਾਂ ਚੋਂ ਹੀ ਅੱਗੇ ਆਉਣਗੇ ਜੀ, ਫਿਰ ਆਉਣਾ ਪਊਗਾ ਉਹਨਾਂ ਨੂੰ। ਕੀ ਨਾਮ ਭਾਜੀ? ਕਮਲਜੀਤ ਸਿੰਘ ਹੈ ਜੀ। ਕਿਵੇਂ ਦੇਖਦੇ ਹੋ ਸਾਰੇ ਸੰਘਰਸ਼ ਨੂੰ ਹੁਣ ਤੱਕ ਜਿਹੜਾ ਲੜਿਆ ਹੈ? ਅੱਗੇ ਕੀ ਜਿਹੜੀ ਹੈਗੀ ਆ, ਕੀ ਲੱਗਦਾ ਕੀ ਹੋਊਗਾ ਇਹਦੇ ਲਈ? ਦੇਖੋ ਜੀ, ਜਦੋਂ ਚੱਲੇ ਆ ਇਕੱਠੇ ਪੰਜਾਬੀ ਭਰਾ ਵੀ ਉੱਧਰੋਂ ਆਏ ਆ, ਆਪਾਂ ਹਰਿਆਣੇ ਤੋਂ ਆ, ਹੁਣ ਤੱਕ ਲੜਦੇ ਆਏ ਆ, ਅੱਗੇ ਵੀ ਲੜਾਂਗੇ ਜੀ, ਸੰਘਰਸ਼ ਕਰਾਂਗੇ ਜ਼ਰੂਰ, ਤੇ ਲਿਖਤ 'ਚ ਲੈ ਕੇ ਜਾਵਾਂਗੇ। ਜਿਵੇਂ ਲਗਾਤਾਰ ਕਹਿ ਰਹੇ ਸੀ ਕਿ ਬੁਲਾ ਰਹੇ ਸੀਗੇ, ਇੱਥੇ ਦਿੱਲੀ ਬੁਲਾ ਰਹੇ ਸੀ, ਕੀ ਲੱਗਦਾ ਕਿਉਂ ਬੁਲਾਇਆ ਜਾ ਰਿਹਾ ਸੀ? ਕਿਉਂ ਮਨਾ ਕੀਤਾ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਜਾਣ ਤੋਂ? ਇਹ ਸਿਰਫ ਇੱਕ ਗੁੰਮਰਾਹ ਕਰਨ ਵਾਲੀ ਗੱਲ ਸੀ। ਜੋ ਇੱਕ ਨੂੰ ਦਿਖ ਰਿਹਾ ਵੀ ਹੁਣ ਇਕੱਠ ਜ਼ਿਆਦਾ ਹੋ ਗਿਆ, ਵੀ ਇਹ ਇਕੱਠ ਇੱਕ ਵਾਰੀ ਟਲ ਜਾਵੇ, ਉਸ ਤੋਂ ਬਾਅਦ ਫਿਰ ਅਸੀਂ ਇਸ ਤਰ੍ਹਾਂ ਅੱਗੇ ਦੇ ਅੱਗੇ ਤਰੀਕਾਂ ਦਿੰਦੇ ਰਹਾਂਗੇ। ਹੋਰ ਕੁਝ ਨਹੀਂ ਹੈ, ਇਹਨਾਂ ਨੇ ਲਿਖਤ 'ਚ ਦੇ ਦੇਣ, ਸਾਨੂੰ ਬੁਲਾਉਣ ਦੀ ਲੋੜ ਹੀ ਨਹੀਂ, ਲਿਖਤ 'ਚ ਦੇ ਦਿਓ ਤੁਸੀਂ। ਕਿਸਾਨ ਜਿਹੜਾ ਤੈਅ ਕਰਕੇ ਅਸੀਂ ਜੰਤਰ ਮੰਤਰ ਤੇ ਧਰਨਾ ਦੇਣਾ, ਦਿੱਲੀ ਦੇ ਵਿੱਚ ਧਰਨਾ ਦੇਵਾਂਗੇ, ਤੇ ਪਹਿਲਾਂ ਤਾਂ ਰੋਕਿਆ ਇਹਨਾਂ ਨੇ, ਤੇ ਹੁਣ ਅੱਜ ਪਤਾ ਲੱਗਿਆ ਸੀ ਕਿ ਬੁਲਾ ਰਹੇ ਸੀ, ਆ ਜਾਓ ਤੁਸੀਂ ਦਿੱਲੀ ਆਪਣਾ ਲਾ ਸਕਦੇ ਧਰਨਾ, ਤੇ ਕਿਸਾਨ ਫਿਰ ਗਏ ਕਿਉਂ ਨਹੀਂ? ਕੀ ਕਾਰਨ ਕੀ ਹੈ? ਜੰਤਰ ਮੰਤਰ ਤੇ ਨਹੀਂ ਕਹਿ ਰਹੇ ਨਾ ਜੀ, ਇਹ ਤਾਂ ਛੋਟੇ ਮੋਟੇ ਕੋਈ ਸਟੇਡੀਅਮ ਹੈ, ਉਹਨਾਂ 'ਚ ਕਹਿੰਦੇ ਆ ਕੇ ਕਰ ਲਓ। ਉੱਥੇ ਕਿੰਨਾ ਇਕੱਠ ਹੋ ਜਾਏਗਾ, ਕਿੰਨਾ ਕੁ ਪਹੁੰਚ ਜਾਏਗਾ ਬੰਦਾ ਜੀ? ਤੁਸੀਂ ਆਪ ਦੇਖੋ ਕਿੱਥੇ ਤੱਕ ਜਾਮ ਲੱਗਿਆ ਹੋਇਆ, 15 ਕਿਲੋਮੀਟਰ 20 ਕਿਲੋਮੀਟਰ ਤੱਕ, ਪਿੱਛੋਂ ਵੀ ਆ ਰਹੇ ਨੇ ਹੋਰ। ਕੀ ਲੱਗਦਾ ਇਹ ਵਾਕਈ ਮਨੋਂ ਕਹਿ ਰਿਹਾ ਕਿ ਆ ਕੇ ਕਰ ਲਓ, ਜਾਂ ਪਿੱਛੇ ਕੋਈ ਹੋਰ ਚਾਲ ਚੱਲੀ ਜਾ ਰਹੀ ਹੈ? ਹੋ ਸਕਦੀ ਹੈ ਸਰ, ਸਰਕਾਰਾਂ ਦਾ ਕੁਝ ਨਹੀਂ ਪਤਾ, ਚਾਲ ਹੋ ਸਕਦੀ ਹੈ ਸਰ, ਬਿਲਕੁਲ। ਹਾਂਜੀ ਹਾਂਜੀ। ਤੁਸੀਂ ਕੀ ਬਜ਼ੁਰਗੋ ਕੀ ਮੰਨਦੇ ਹੋ, ਜਿਹੜਾ ਜਿਵੇਂ ਬੁਲਾਇਆ ਜਾ ਰਿਹਾ ਸੀਗਾ, ਕੀ ਲੱਗਦਾ ਕਿ ਮਨੋਂ ਜਿਹੜਾ ਹੈਗਾ ਚਾਹੁੰਦੇ ਕਿ ਆ ਕਿਸਾਨਾਂ ਅੱਗੇ ਝੁਕ ਗਏ, ਜਾਂ ਕੋਈ ਚਾਲ ਇਹਦੇ ਵਿੱਚ? ਚਾਲ ਆ ਬਿਲਕੁਲ ਹੀ। ਅਸੀਂ ਜਿਹੜਾ ਸਾਨੂੰ ਕਿਹਾ ਵੀ ਤੁਸੀਂ ਇਹ ਤੋਂ ਬਾਅਦ ਪਹਿਲਾਂ ਰਾਮਲੀਲਾ ਦਾ ਨਾਂ ਦਿੱਤਾ, ਉਸ ਤੋਂ ਬਾਅਦ ਜਿਹੜਾ ਦੂਸਰਾ ਕੋਈ ਸਟੇਡੀਅਮ ਹੈ ਉਹਦੇ ਵਿੱਚ ਜਾ ਕੇ ਰੈਲੀ ਕਰ ਲਓ, ਹਾਂ ਮਰਾੜੀ 'ਚ ਰੈਲੀ ਕਰ ਲਓ। ਸਾਡਾ ਜਿਹੜਾ ਅਨਾਉਂਸਮੈਂਟ ਆ, ਇਹ ਇਕੱਲੀ ਪੰਜਾਬ ਤੇ ਹਰਿਆਣਾ ਨਹੀਂ ਲੜ ਰਿਹਾ, ਇਹ ਆਲ ਇੰਡੀਆ ਲੈਵਲ ਦੀਆਂ ਜਥੇਬੰਦੀ ਬਣੀਆਂ। 5 ਸਟੇਟਾਂ ਇਸ ਸਮੇਂ ਲੜ ਰਹੀਆਂ। ਦਿੱਲੀ ਬਿਲਕੁਲ ਅਸੀਂ ਬਲੌਕ ਕੀਤੀ ਆ। ਸਾਡਾ ਫੈਸਲਾ ਇਹ ਸੀ ਵੀ ਅਸੀਂ ਤਾਂ ਬਲੌਕ ਕਰਨਾ ਦਿੱਲੀ ਨੂੰ।
ਵੀ ਸਾਡੀ ਗੱਲ ਹੀ ਨਹੀਂ ਕੋਈ ਸੁਣ ਰਿਹਾ, ਤੇ ਉਹ ਬਲੌਕ ਹੋਈ ਆ। ਅਸੀਂ ਉਸ ਇਨੀ ਕਿਹਾ ਵੀ ਰੈਲੀ ਕਰ ਲਓ। ਸਾਡੀ ਜਥੇਬੰਦੀਆਂ ਨੇ ਸਾਰੀਆਂ ਆਲਰੇਡੀ ਦੀਆਂ ਜਿਹੜੀਆਂ ਬਣੀਆਂ ਆ ਉਹਨੀ ਫੈਸਲਾ ਇਹ ਕਰਤਾ ਵੀ ਅਸੀਂ ਤਾਂ ਬਲੌਕ ਕਰਕੇ ਬਹਿਣਾ, ਅਸੀਂ ਰੈਲੀ ਨਹੀਂ ਕਰਨੀ ਹੈਗੀ ਜਦ ਤੱਕ ਅਸੀਂ ਇੱਧਰ ਸਾਡਾ ਚੱਲ ਰਿਹਾ, ਉਧਰ ਮੇਠ ਦੀ ਸਾਈਡ ਤੇ ਚੱਲ ਰਿਹਾ, ਹਰ ਤੋਂ ਜੈਪੁਰ ਤੇ ਚੱਲ ਰਿਹਾ, ਉਧਰ ਚੱਲ ਰਿਹਾ, ਹਰ 6 ਕੇਂਦਰਾਂ ਦੇ ਉੱਤੇ ਦਿੱਲੀ ਦੇ ਆਲੇ ਦੁਆਲੇ ਸਾਡੀ ਐਜੀਟੇਸ਼ਨ ਚੱਲ ਰਹੀ ਆ। ਇਹ ਰੈਲੀ ਸਾਡੀ ਜਿਹੜੀ ਐਜੀਟੇਸ਼ਨ ਹੈ ਨਾ, ਇਹ ਹਿੰਦੁਸਤਾਨ ਦੀ ਐਜੀਟੇਸ਼ਨ ਆ, ਇਹ ਪੰਜਾਬ ਤੇ ਹਰਿਆਣੇ ਦੀ ਨਹੀਂ। ਜਿਵੇਂ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਜ਼ਬਰਦਸਤੀ, ਜੇ ਕਿਸਾਨਾਂ ਨੇ ਮਤਲਬ ਮਿੱਥ ਲਿਆ ਕਿ ਇਹਦੇ ਵੀ ਰਾਹ ਬੰਦ ਕਰ ਦਿਆਂਗੇ, ਹਾਂਜੀ, ਦਿੱਲੀ ਦੇ ਰਾਹ ਬੰਦ ਕਰ ਦਿਆਂਗੇ। ਹਾਂਜੀ ਬਿਲਕੁਲ ਇਹੀ ਆ, ਦਿੱਲੀ ਸਰਕਾਰ ਦੀ ਰਾਹ ਬੰਦ ਕਰਦੇ ਆ। ਜੇ ਸਾਨੂੰ ਉੱਥੇ ਕੋਲਾ ਨਹੀਂ ਦੇਣਾ, ਸਾਨੂੰ ਦੂਜਾ ਨਹੀਂ ਦੇਣਾ, ਸਾਡਾ ਸਮਾਨ ਨਹੀਂ ਚੱਕਣਾ, ਇਹੋ ਜੀ ਸਰਕਾਰ ਕੋਈ ਪਹਿਲੀ ਵਾਰੀ ਪੈਦਾ ਹੋਈ ਹੈ ਜਿਹੜੀ ਐਜੀਟੇਸ਼ਨ ਵਾਲੇ ਤਾਂ ਰਸਤੇ ਰੋਕਦੇ ਆ, ਸਾਡਾ ਰਸਤਾ ਹੀ ਰੋਕਦਾ ਪੰਜਾਬ ਦਾ, ਰੇਲਾਂ ਨਹੀਂ ਜਾਣ ਦੇਣੀਆਂ ਤੁਹਾਡੇ। ਤੁਸੀਂ ਆਮ ਤੌਰ ਤੇ ਦੇਖਿਆ ਕਿ ਪੁਲਿਸ ਜਿਹੜੀ ਹੈਗੀ ਆ ਲੋਕਾਂ ਦੀ ਸਹੂਲਤ ਵਾਸਤੇ ਹੁੰਦੀ ਆ, ਜੇ ਕੋਈ ਜਾਮ ਲੱਗ ਜਾਵੇ ਤਾਂ ਜਾਮ ਖਲਵਾਉਣ ਵਾਸਤੇ ਹੁੰਦੀ ਆ। ਕਦੀ ਦੇਖਿਆ ਕਿ ਪੁਲਿਸ ਜਾਮ ਲਗਵਾਉਂਦੀ ਹੋਵੇ? ਅਸੀਂ ਅੱਜ ਦੇਖਿਆ ਕਿ ਪੁਲਿਸ ਜਾਮ ਲਗਵਾ ਰਹੀ ਸੀ, ਚਾਬੀਆਂ ਖੋਹ ਰਹੀ ਸੀ, ਬੈਟਰੀਆਂ ਦੀਆਂ ਤਾਰਾਂ ਪੁੱਟੀਆਂ ਜਾ ਰਹੀਆਂ ਸੀ, ਟਰੱਕ ਡਰਾਈਵਰਾਂ ਨੂੰ ਕਿਹਾ ਜਾ ਰਿਹਾ ਕਿ ਇੱਦਾਂ ਲਗਾ ਦਿਓ ਟਰੱਕ, ਨਹੀਂ ਲਗਾਓਗੇ ਤਾਂ ਤੁਹਾਡੇ ਨਾਲ ਮਾੜੀ ਕਰਾਂਗੇ। ਇੱਦਾਂ ਦੇ ਹਾਲਾਤ ਦੇਖੇ ਕਦੀ? ਇਹ ਬਿਲਕੁਲ ਨਹੀਂ ਦੇਖੇ ਗਏ। ਅਸੀਂ ਜਿੱਥੇ ਰੁਕੇ ਹਾਂ ਸਿਰਫ ਪੁਲਿਸ ਨੇ ਟਰੱਕਾਂ ਨੂੰ ਕਹਿਤਾ ਵੀ ਸਾਡੀਆਂ ਟਰਾਲੀਆਂ ਪੰਜਾਬ ਤੋਂ ਆ ਰਹੀਆਂ, ਉਹਨਾਂ ਨੂੰ ਰੋਕਣ ਲਈ ਟਰੱਕ ਮੋਰੇ ਲਾ ਦਿਓ। ਸਾਡਾ ਬੈਠੇ ਮੁੰਡੇ ਉਹਨੇ ਜਾ ਕੇ ਉਹਨਾਂ ਨੂੰ ਕਿਹਾ ਵੀ ਤੂੰ ਸਾਡੇ ਨਾਲ ਪੰਗੇ ਕਾਹਤੇ ਲੈਂਦੇ ਆ। ਪੁਲਿਸ ਨੇ ਟਰੱਕਾਂ ਵਾਲਿਆਂ ਨੂੰ ਕਿਹਾ ਵੀ ਟਰੱਕ ਮੋਰੇ ਲਾ ਦਿਓ, ਟਰਾਲੀਆਂ ਪਿੱਛੇ ਰੁਕ ਜਾਣ। ਇਸ ਕਿਸਮ ਦੀ ਜੀ ਮਤਲਬ ਹਰ ਕਿਸਮ ਦੀ ਘਟੀਆ ਹਰਕਤ ਖੱਟਰ ਸਰਕਾਰ ਨੇ ਵਰਤੀ ਆ ਹਰਿਆਣੇ ਦੇ ਵਿੱਚ ਜਦੋਂ ਅਸੀਂ ਇੰਟਰ ਹੋਏ ਹਾਂ। ਜਗਦੀਪ ਸਲੀ ਜੀ, ਤੁਸੀਂ ਵੀ ਲਗਾਤਾਰ ਕਵਰ ਕਰ ਰਹੇ ਹੋ, ਸਾਰਾ ਸੰਘਰਸ਼ ਨੂੰ ਤਾਂ ਕਵਰ ਕਰ ਰਹੇ ਹੋ। ਦੇਖਿਆ ਹਾਲਾਤ ਕਿ ਆਮ ਤੌਰ ਤੇ ਕਿ ਬੰਦਾ ਜੇ ਕੋਈ ਨੁਕਸਾਨ ਕਰ ਦਿੰਦਾ ਸਰਕਾਰੀ ਪ੍ਰਾਪਰਟੀ ਦਾ, ਪਰਚੇ ਦਰਜ ਕਰ ਦਿੱਤੇ ਜਾਂਦੇ ਆ। ਤੇ ਅੱਜ ਅਸੀਂ ਦੇਖਿਆ ਬੀਤੀ ਰਾਤ ਖੁਦ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਮੇਨ ਹਾਈਵੇ, ਨੈਸ਼ਨਲ ਹਾਈਵੇ ਜੋ ਲੋਕਾਂ ਦੇ ਕਰੋੜਾਂ ਰੁਪਏ ਦੇ ਟੈਕਸ ਨਾਲ ਬਣਾਏ ਹੋਏ ਆ, ਉਹਨਾਂ ਨੂੰ ਪੁੱਟ ਕੇ ਉੱਥੇ ਡੂੰਘੇ ਖੱਡੇ ਪਾਏ ਜਾ ਰਹੇ ਆ, ਮਤਲਬ ਬਰਬਾਦ ਕੀਤਾ ਜਾ ਰਿਹਾ ਤਾਂ ਕਿ ਕਿਸਾਨਾਂ ਨੂੰ ਰੋਕਿਆ ਜਾ ਸਕੇ। ਹਰਿਆਣੇ ਦੇ ਜਿਹੜੇ ਹੈਗੇ ਬਾਰਡਰ ਇਸ ਤਰ੍ਹਾਂ ਬਣਾਤੇ ਜਿੱਦਾਂ ਭਾਰਤ ਪਾਕਿਸਤਾਨ ਦੇ ਬਾਰਡਰ ਹੁੰਦੇ ਹੋਣ। ਕੀ ਮੰਨਦੇ ਹੋ ਜਿਹੜਾ ਕਿ ਸਰਕਾਰਾਂ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ ਜਾਂ ਪੁਲਿਸ ਪ੍ਰਸ਼ਾਸਨ ਵਾਸਤੇ ਕੋਈ ਕਾਨੂੰਨ ਨਹੀਂ? ਹਾਂ, ਇਹ ਤਾਂ ਬਿਲਕੁਲ ਸੈਣੀ ਸਾਹਿਬ ਮੈਂ ਮੰਨਦਾ ਹੀ ਹਾਂ ਵੀ ਇਸ ਤਰ੍ਹਾਂ ਦੇ ਜਿਹੜੇ ਅਸੀਂ ਜੋ ਹਾਲਾਤ ਵੇਖੇ ਨੇ ਇਹ ਤਾਂ ਪਹਿਲੀ ਵਾਰ ਹੋਇਆ, ਕਿਉਂਕਿ ਬਹਾਨਾ ਖੱਟੜ ਸਰਕਾਰ ਨੇ ਇਹ ਬਣਾਇਆ ਵੀ ਇੱਕ ਲੌਜਿਕ ਹੈ ਪਿੱਛੇ। ਹੁਣ ਦੇਖਿਓ, ਇਹ ਕਹਿੰਦੇ ਜੀ ਕਰੋਨਾ ਹੈ, ਕਰੋਨਾ ਕਰਕੇ ਅਸੀਂ ਆਉਣ ਨਹੀਂ ਦੇਣੇ। ਜਦੋਂ ਕਿਸਾਨਾਂ ਨੇ ਹਰਿਆਣਾ ਐਂਟਰ ਕਰਨ ਵਾਲੇ ਬਾਰਡਰ ਪੱਟ ਤੇ ਉਦੋਂ ਇਹਨਾਂ ਨੇ ਦੇਖਿਆ ਵੀ ਯਾਰ ਇਹ ਤੇ ਮਤਲਬ ਕਿ ਬੈਰੀਕੇਡ ਪੱਟ ਰਹੇ ਨੇ, ਤੇ ਇਹਨਾਂ ਨੇ ਦਿੱਲੀ ਨੂੰ ਜਦੋਂ ਐਂਟਰ ਹੋਣ ਵਾਲੇ ਜਿੱਥੇ ਬਾਰਡਰ ਹੈਗੇ ਨੇ ਉਹਨਾਂ ਨੂੰ ਪੱਟਤਾ, ਕਾਫੀ ਦੂਰ ਤੱਕ ਪੱਟਿਆ, ਮਤਲਬ ਕਿ 5-5 10-10 ਖੱਡੇ ਕਰ ਦਿੱਤੇ ਵੱਡੇ। ਤੇ ਇਹਦਾ ਮਤਲਬ ਇਹ ਕਹਿੰਦੇ ਸੀ ਕਰੋਨਾ, ਜੇ ਕਰੋਨਾ ਦਾ ਡਰ ਸੀ ਹਰਿਆਣਾ ਨੂੰ, ਫਿਰ ਕਿਸਾਨ ਜਦੋਂ ਐਂਟਰ ਕਰ ਹੀ ਗਏ ਤਾਂ ਉਹਨਾਂ ਨੂੰ ਜਲਦੀ ਕੱਢੋ, ਦਿੱਲੀ ਬਾੜੋ, ਆਪਣੀ ਸਟੇਟ ਨੂੰ ਸੇਫ ਕਰੋ। ਤੁਸੀਂ ਆਪਣੀ ਸਟੇਟ ਦੇ ਵਿੱਚ ਪਿੱਛੋਂ ਵੀ ਬਲੌਕ ਕਰ ਦਿੱਤੇ, ਫਿਰ ਬਾਅਦ ਦੇ ਵਿੱਚ ਰਸਤੇ ਇਹਨਾਂ ਨੇ ਤੇ ਮੂਹਰੋਂ ਵੀ ਟਰੱਕ ਖੜਵਾ ਦਿੱਤੇ, ਤੇ ਕਿਸਾਨਾਂ ਨੂੰ ਤਾਂ ਹਰਿਆਣੇ ਦੇ ਵਿੱਚ ਹੁਣ ਖੱਟੜ ਸਰਕਾਰ ਨੇ ਇੱਥੇ ਕਰ ਲਿਆ। ਤੇ ਇਹਦੀ ਜ਼ਿੰਮੇਵਾਰ ਹੁਣ ਜੇ ਕਰੋਨਾ ਦੀ ਬਿਮਾਰੀ ਫੈਲਦੀ ਹੈ, ਕੋਈ ਵੀ ਬਿਮਾਰੀ, ਫਿਰ ਖੱਟੜ ਸਰਕਾਰ ਜ਼ਿੰਮੇਵਾਰ ਹੈ, ਕਿਸਾਨ ਨਹੀਂ ਹੈਗੇ। ਕਿਸਾਨ ਤੇ ਹਰਿਆਣੇ ਤੋਂ ਨਿਕਲ ਕੇ ਦਿੱਲੀ ਜਾਣਾ ਚਾਹੁੰਦੇ ਸੀ, ਖੱਟੜ ਸਾਹਿਬ ਨੇ ਰੋਕ ਲਏ। ਤੇ ਇਹ ਫਿਰ ਹੁਣ ਖੱਟੜ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਵੀ ਜਿਹੜਾ ਤੁਸੀਂ ਕਰੋਨਾ ਦਾ ਬਹਾਨਾ ਲਾ ਕੇ ਕਰਦੇ ਸੀ ਨਾ, ਇੱਕ ਬੰਦੂਕ ਆਉਂਦੀ ਹੈ, ਉਹਨੂੰ ਕਹਿੰਦੇ ਆ ਵੀ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲੀ ਬੰਦੂਕ ਲੰਮੀ, ਤੇ ਮੋਦੀ ਸਾਹਿਬ ਨੇ ਖੱਟੜ ਦੇ ਮੋਢੇ ਦੇ ਉੱਤੇ ਰੱਖੀ ਹੋਈ ਹੈ, ਉਹ ਚੱਲ ਰਹੀ ਹੈ। ਇਹ ਜਿਸ ਦਿਨ ਖੱਟੜ ਹਿਲਜੁਲ ਕਰੂਗਾ, ਇਹ ਕਿਸੇ ਹੋਰ ਦੇ ਮੋਢੇ ਤੇ ਰੱਖ ਕੇ ਫਿਰ ਖੱਟੜ ਵੱਲ ਨੂੰ ਵੀ ਮੂੰਹ ਹੋ ਜਾਣਾ, ਕਿਉਂਕਿ ਸਕੇ ਨਹੀਂ ਹੈ ਕਿਸੇ ਦੇ ਵੀ। ਇਹ ਆਮ ਤੌਰ ਤੇ ਸਾਡੇ ਦੇਸ਼ ਦਾ ਕਲਚਰ ਹੈ, ਪੰਜਾਬ ਦਾ ਕਲਚਰ ਹੈ ਕਿ ਜਦੋਂ ਬਾਹਰੋਂ ਕੋਈ ਆਉਂਦਾ ਉਹਦਾ ਸਵਾਗਤ ਕੀਤਾ ਜਾਂਦਾ ਹੈ, ਰਸਤੇ ਸਾਫ਼ ਕੀਤੇ ਜਾਂਦੇ ਆ, ਧੋਏ ਜਾਂਦੇ ਆ। ਪਰੰਤੂ ਇੱਥੇ ਤਾਂ ਜਦੋਂ ਪੰਜਾਬ ਦੇ ਕਿਸਾਨ ਆ ਰਹੇ ਤਾਂ ਰਸਤੇ ਪੁੱਟੇ ਜਾ ਰਹੇ ਆ, ਬਾਰਡਰ ਸੀਲ ਕੀਤੇ ਜਾ ਰਹੇ ਆ। ਇਹ ਹੋ ਕੀ ਰਿਹਾ ਅੱਜ, ਹਾਲਾਤ ਕੀ ਬਣ ਰਹੇ ਆ ਸਰਕਾਰਾਂ ਦੇ? ਲੋਕਾਂ ਵਾਸਤੇ ਸਰਕਾਰਾਂ ਜਾਂ ਲੋਕਾਂ ਦੇ ਸਮੱਸਿਆ ਵਧਾਉਣ ਵਾਸਤੇ ਸਰਕਾਰਾਂ ਬਣਾਈਆਂ? ਸੋ ਬਿਲਕੁਲ ਇਹ ਬਹੁਤ ਜਿਹੜੀ ਤੁਸੀਂ ਗੱਲ ਦਰੁਸਤ ਫਰਮਾਈ ਹੈ ਵੀ ਜਿਹੜੇ ਜਦੋਂ ਕੋਈ ਆਪਾਂ ਆਉਂਦੇ ਆ ਤਾਂ ਇਹ ਭਰਾ ਦਿੱਲੀ ਵੱਲ ਨੂੰ ਆਏ ਸੀ ਤਾਂ ਹਰਿਆਣਾ ਸਰਕਾਰ ਨੂੰ ਤਾਂ ਇਹ ਕਹਿਣਾ ਚਾਹੀਦਾ ਸੀ ਵੀ ਜੇ ਆ ਰਹੇ ਨੇ ਚਲੋ ਠੀਕ ਹੈ, ਚਾਹੇ ਤੁਹਾਡਾ ਰੋਸ ਪ੍ਰਦਰਸ਼ਨ ਹੈ, ਅਸੀਂ ਤੁਹਾਡੇ ਲਈ ਚਾਹ ਪਾਣੀ ਦੇ ਵੀ ਪ੍ਰਬੰਧ ਕੀਤੇ ਨੇ, ਲੰਗਰ ਦੇ ਵੀ, ਤੁਹਾਡੇ ਨਹਾਉਣ ਧੋਣ ਦੇ ਵੀ ਪ੍ਰਬੰਧ ਕੀਤੇ ਨੇ। ਪਰ ਇੱਥੇ ਜਿਹੜਾ ਸਰਕਾਰਾਂ ਨੇ ਖੱਡੇ ਪੁੱਟ ਦਿੱਤੇ ਆ, ਮੈਂ ਕਹਿੰਦਾ ਇਹ ਖੱਡੇ ਪੁੱਟੇ ਆ ਤਾਂ ਫਿਰ ਇਹਨਾਂ ਨੇ ਆਪਣੇ ਲਈ ਪੁੱਟੇ ਆ ਇਹ ਖੱਡੇ,
ਇਹ ਮਤ ਜਾਣਨ ਸਰਕਾਰਾਂ ਵੀ ਖੱਡੇ ਕਿਸਾਨਾਂ ਲਈ ਪੁੱਟਦੇ ਆ। ਇਹ ਖੱਡੇ ਤੁਸੀਂ ਪੁੱਟ ਲਿਆ, ਇਹ ਖੱਡੇ ਤੁਸੀਂ ਆਪਣੇ ਲਈ ਪੁੱਟੇ ਆ ਖੱਟੜ ਸਾਹਿਬ, ਕਿਉਂਕਿ ਇਹ ਕਿਸਾਨ ਉਹ ਤੂਫਾਨ ਨੇ, ਉਹ ਹਵਾਵਾਂ ਨੇ ਜਿਨ੍ਹਾਂ ਨੂੰ ਰੋਕਣਾ ਬਹੁਤ ਮੁਸ਼ਕਲ ਹੈ। ਤੇ ਇਸ ਤੂਫਾਨ ਦੇ ਮੂਹਰੇ ਜਿਹੜਾ ਆਊਗਾ, ਮੈਂ ਕਹਿੰਦਾ ਫਿਰ ਉਹ ਪੁੱਟਿਆ ਹੀ ਜਾਊਗਾ ਜੜੋਂ, ਤੇ ਜੜਾਂ ਪੁੱਟਣ ਦੇ ਲਈ ਹੁਣ ਆਏ ਹੋਏ ਨੇ। ਤੇ ਇਹ ਇੱਕ ਬਰਾਤ ਦੇ ਰੂਪ ਦੇ ਵਿੱਚ ਹੈ। ਹੁਣ ਦੇਖ ਲਓ ਜੀ ਤੁਸੀਂ 1 ਵੱਜ ਗਿਆ ਤੇ ਰਾਤ ਦੇ 1 ਵਜੇ ਬੈਠੇ ਆ ਬਰਾਤੀ, ਤੇ ਜਿਹੜਾ ਇਹ ਕਹਿੰਦੇ ਫਿਰ ਵਿੱਚ ਆਊਗਾ ਨਾ, ਫਿਰ ਉਹਨੂੰ ਭਾਜੀ ਪਾਉਣਗੇ। ਤੇ ਦੂਜੀ ਇੱਕ ਹੋਰ ਮੈਂ ਆਪਣੇ ਵੱਲੋਂ ਤੁਹਾਨੂੰ ਮੈਂ ਗੱਲ ਦੱਸਣੀ ਚਾਹੁੰਦਾ, ਬਹੁਤ ਲੀਡਰ ਨੇ ਪੰਜਾਬ ਦੇ ਵਿੱਚ ਵੀ ਨੇ, ਇੱਥੇ ਵੀ ਹੋਣਗੇ, ਹਰਿਆਣੇ ਦੇ ਵਿੱਚ, ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਿਸਾਨਾਂ ਦੇ ਨਾਲ ਆ, ਘਬਰਾਓ ਨਾ। ਤੇ ਹੁਣ ਆਏ ਕਿਉਂ ਨਹੀਂ? ਤੇ ਜੇ ਕਿਸਾਨਾਂ ਦੇ ਨਾਲ ਆ, ਕਿਸਾਨ ਤਾਂ 1 ਵਜੇ ਤੱਕ, ਰਾਤ ਦੇ ਵਜੇ ਤੱਕ ਇੱਥੇ ਬੈਠੇ ਤੱਪੜਾਂ ਦੇ ਉੱਤੇ, ਤੇ 2 ਘੰਟੇ ਤੱਪੜਾਂ ਦੇ ਉੱਤੇ ਇੱਥੇ ਬੈਠ ਕੇ ਦਿਖਾ ਦੇਵੇ ਲੀਡਰਾਂ ਨੂੰ ਨਾ 10-10 ਗੋਲੀਆਂ ਖਾਣੀਆਂ ਪੈ ਗਈਆਂ, ਦਵਾਈਆਂ। ਵੋਟਾਂ ਦੂਰ ਆ ਜੀ ਹਲੇ, ਜੇ ਵੋਟਾਂ ਨੇੜੇ ਹੁੰਦੀ ਸ਼ਾਇਦ ਆ ਜਾਂਦੇ। ਹਾਂ ਬਿਲਕੁਲ, 2022 ਦੀਆਂ ਜਿਹੜੀਆਂ ਪੰਜਾਬ ਦੀਆਂ ਚੋਣਾਂ ਹੈਗੀਆਂ, ਉਹ ਥੋੜ੍ਹਾ ਹੈਗਾ ਉਹਨਾਂ ਦੇ ਲਈ ਸਮਾਂ, ਜ਼ਰੂਰ ਆਉਂਦੇ। ਪਰ ਮੈਂ ਇੰਨਾ ਜ਼ਰੂਰ ਕਹਿੰਦਾ ਬਈ ਜਿਸ ਹਿਸਾਬ ਦੇ ਨਾਲ ਇਹ ਬੈਠੇ ਨੇ ਠੰਡ ਦੇ ਵਿੱਚ, ਧੰਨ ਨੇ ਇਹ ਲੋਕ, ਪਰ ਜੇ ਲੀਡਰ ਇੱਥੇ ਆਉਂਦੇ ਤਾਂ ਉਹਨਾਂ ਦੀ ਡਿਸਕਾਂ ਨੂੰ ਬੈਲਟਾਂ ਜ਼ਰੂਰ ਲਾਉਣੀਆਂ ਪੈ ਜਾਣੀਆਂ ਸੀ। ਤੁਸੀਂ ਕਦੇ ਲੀਡਰ ਦੇਖਿਆ ਇੱਦਾਂ ਧਰਨਿਆਂ ਦੇ ਵਿੱਚ? ਮੈਂ ਤਾਂ ਕਦੇ ਦੇਖਿਆ ਨਹੀਂ। ਏਸੀ ਹੋਟਲਾਂ ਦੇ ਵਿੱਚ ਆਮ ਤੌਰ ਤੇ ਬੁਕਿੰਗਾਂ ਪਹਿਲਾਂ ਹੀ ਹੋ ਜਾਂਦੀਆਂ 5-5 ਦਿਨ ਦੀਆਂ। ਹਾਂ ਬਿਲ ਮੈਂ ਵੀ ਦੇਖੇ ਤਾਂ ਹੈਗੇ ਆ। ਮੈਂ ਸੁਖਬੀਰ ਬਾਦਲ ਜੀ ਨੇ 1 ਵਾਰ ਲਾਇਆ ਸੀ ਧਰਨਾ, ਪੁਲ ਦੇ ਕੋਲ ਲਗਾਇਆ ਸੀਗਾ ਉਹਨਾਂ ਨੇ ਧਰਨਾ, ਤੇ ਬਿਆਨ ਦੇਣ ਤੋਂ ਬਾਅਦ ਫਿਰ ਥੋੜ੍ਹਾ ਟਾਈਮ ਉੱਥੇ ਰਹੇ। ਜਦੋਂ ਕੈਮਰੇ ਕੂਮਰੇ ਚੱਲ ਗਏ, ਫਿਰ ਉਹ ਵੀ ਮਤਲਬ ਕਿ ਲੀਡਰਾਂ ਦਾ ਤੁਹਾਨੂੰ ਪਤਾ ਹੀ ਆ, ਫਿਰ ਇਹ ਬਿਆਨ ਸਿਹਤ ਦੀ ਕੋਈ ਹੋ ਸਕਦਾ, ਸਿਹਤ ਦੀ ਪ੍ਰੋਬਲਮ ਹੋਵੇ ਉਹਨਾਂ ਦੀ ਕੋਈ? ਨਹੀਂ, ਸਿਹਤ ਦੀ ਪ੍ਰੋਬਲਮ ਨਹੀਂ ਅਸਲ ਦੇ ਵਿੱਚ। ਉਹ ਜਿਹੜਾ VIP ਟੈਗ ਲੱਗਿਆ ਹੁੰਦਾ ਨਾ, ਉਹ ਘੁੱਗੂ ਵਾਲੀਆਂ ਗੱਡੀਆਂ ਜੀਆਂ ਤੇ ਐਸ਼ੋ ਆਰਾਮ, ਉਹ ਯਾਦ ਆਉਣ ਲੱਗ ਜਾਂਦੀ ਹੈ। ਫਿਰ ਉਹ ਚੀਜ਼ਾਂ ਸਿਹਤ ਖਰਾਬ ਕਰਦੀਆਂ, ਜਦੋਂ ਇਹਨਾਂ ਨੂੰ ਤੰਗ ਕਰਦੀਆਂ। ਸਿਹਤ ਦੀ ਨਾ ਕਹੋ, ਸਿਆਸੀ ਬੇਈਮਾਨੀ ਦੀ ਗੱਲ। ਹੁਣ ਤੁਹਾਨੂੰ ਛੋਟੀ ਜੀ ਤੁਸੀਂ ਆਪ ਨੋਟ ਕਰ ਲਓ, ਇਹ ਜਿਹੜਾ ਜਦੋਂ ਪਹਿਲਾਂ ਐਕਟ ਬਣਨ ਤੋਂ ਪਹਿਲਾਂ ਜਿਹੜਾ ਦੂਜਾ ਲਿਆਂਦਾ ਨਾ, ਉਹਨੂੰ 3.5 ਮਹੀਨੇ ਹਰਸਿਮਰਤ ਕੌਰ ਬਾਦਲ ਨੇ ਆਪ ਉੱਤੇ ਸਾਈਨ ਕੀਤੇ ਆ ਵੀ ਤੁਹਾਡੇ ਕਿਸਾਨਾਂ ਦੇ ਹੱਕ ਦੇ ਵਿੱਚ ਆ। ਸੁਖਬੀਰ ਬਾਦਲ ਖੁਦ ਬੋਲ ਰਿਹਾ, ਇੱਥੋਂ ਤੱਕ ਵੀ ਬੜੇ ਬਾਦਲ ਨੂੰ ਬਿਆਨ ਦਵਾਤੇ ਵੀ ਇਹ ਕਿਸਾਨਾਂ ਦੇ ਹੱਕ ਵਿੱਚ ਆ। ਜਦੋਂ 3.5 ਮਹੀਨੇ ਬਾਅਦ ਕੋਸ਼ਿਸ਼ ਕੀਤੀ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਵੱਖਰੀ ਸਮਝਦਾਰੀ ਰੱਖਦੇ ਹੋਣਗੇ ਸਿਆਸੀ ਤੌਰ 'ਤੇ, ਜਦੋਂ ਕਿਸਾਨਾਂ ਨੂੰ ਇਹ ਸਮਝ ਆ ਗਈ ਵੀ ਸਾਨੂੰ ਬਿਲਕੁਲ ਸਾਡੇ ਖਿਲਾਫ ਆ, ਉਸ ਸਮੇਂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ, ਉਸ ਸਮੇਂ ਆ ਕੇ 3.5 ਮਹੀਨੇ ਲਗਾਤਾਰ ਤੁਸੀਂ ਐਕਟਾਂ ਦੇ ਹੱਕ ਦੇ ਵਿੱਚ ਬੋਲ ਰਹੇ ਆ। 3.5 ਮਹੀਨੇ ਬਾਅਦ ਕਹਿੰਦੇ ਸਾਨੂੰ ਅਕਲ ਆਈ ਆ, ਅਸੀਂ ਬਾਕੀਆਂ ਨੂੰ ਪੁੱਛਿਆ ਨਹੀਂ। ਉਹਨਾਂ ਨਾਲ ਮੀਡੀਆ ਨਾਲ ਵੀ ਗੱਲਬਾਤ ਹੋਈ ਤੇ ਉਹ ਤਾਂ ਕਹਿੰਦੇ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਤੁਸੀਂ ਜੋ ਪੁਆਇੰਟ ਰੱਖਿਆ ਕਿਸਾਨਾਂ ਦੇ ਹੱਕ 'ਚ ਅਸੀਂ ਪਾਵਾਂਗੇ। 3.5 ਮਹੀਨੇ BJP ਦੇ ਪੰਜਾਬ ਦੇ ਵਿੱਚ ਲੀਡਰ ਘੱਟ ਬੋਲਦੇ ਆ, ਸਾਡੇ ਅਕਾਲੀ ਦਲ ਦੇ ਜ਼ਿਆਦਾ ਬੋਲ ਰਹੇ ਆ, ਤੁਹਾਡੇ ਹੱਕ ਵਿੱਚ ਆ। ਨਹੀਂ, ਉਹ ਕਹਿੰਦੇ ਜੇ ਸਾਡੀ ਗੱਲ ਨਹੀਂ ਮੰਨੀ ਅਸੀਂ ਤਾਂ ਹੀ ਅਸਤੀਫਾ ਦਿੱਤਾ, ਸਾਨੂੰ ਕਹਿੰਦੇ ਸੀ ਭਰੋਸਾ ਦਿੱਤਾ ਸੀ। ਪਹਿਲਾ ਭਰੋਸਾ ਸਹਿਰ ਕਦ ਕੀਤੇ? ਹਰਸਿਮਰਤ ਕੌਰ ਮੰਤਰੀ ਮੰਡਲ ਦੇ ਵਿੱਚ ਬੈਠੀ ਆ। ਐਕਟ ਤੋਂ ਪਹਿਲਾਂ ਜਿਹੜਾ ਦੂਜਾ ਲਿਆਉਂਦੇ ਨਾ, ਕੀ ਉਹਨੂੰ ਕਹਿੰਦੇ ਆ, ਬਿੱਲ ਲਿਆਂਦਾ ਨਾ, ਬਿੱਲ ਦੇ ਉੱਤੇ ਸਾਈਨ ਕਿਨ ਕੀਤੇ ਆ ਹਰਸਿਮਰਤ ਕੌਰ ਬਾਦਲ ਨੇ। ਸੁਖਬੀਰ ਆਰਡੀਨੈਂਸ ਦੇ ਉੱਤੇ ਸੁਖਬੀਰ ਬਾਦਲ ਨੇ ਪਾਰਲੀਮੈਂਟ ਦਾ ਮੈਂਬਰ ਆ। ਇੱਥੋਂ ਦਾ ਬੜੇ ਬਾਦਲ ਤੋਂ, ਪ੍ਰਕਾਸ਼ ਸਿੰਘ ਬਾਦਲ ਤੋਂ ਬਿਆਨ ਦਵਾਤਾ ਵੀ ਇਹ ਤੁਹਾਡੇ ਹੱਕ ਦੇ ਵਿੱਚ ਆ। 3.5 ਮਹੀਨੇ ਹਾਂਜੀ, ਉਹ ਤਾਂ ਕਹਿੰਦੇ ਅਸੀਂ ਅਸਤੀਫਾ ਵੀ ਦੇਤਾ, ਅਸੀਂ ਤਾਂ ਪਾਰਟੀ ਦਾ 9 ਮਾਸ ਦਾ ਰਿਸ਼ਤਾ ਵੀ ਤੋੜਨਾ। ਜਦੋਂ ਉਂਗਲੀ ਨੂੰ ਚੀਚੀ ਨੂੰ ਨਾ ਖੂਨ ਕੱਢਦੀ ਹੈ ਵੀ ਹੁਣ ਸ਼ਹੀਦ ਹੋਣ ਲੱਗੇ ਆ, ਇਹ ਉਸ ਸਮੇਂ ਸ਼ਹੀਦ ਹੋਇਆ ਜਦੋਂ ਪੰਜਾਬ ਦੇ ਕਿਸਾਨਾਂ ਨੇ ਸ਼ਹੀਦ ਕਰਤਾ ਇਹਨਾਂ ਨੂੰ। ਨਹੀਂ, ਇਹ ਤਾਂ ਹੁਣ ਅਸਤੀਫਾ ਦਿੱਤੇ ਦਾ ਜਾਂ ਗੱਠਜੋੜ ਤੋੜੇ ਦਾ ਕੋਈ ਫਾਇਦਾ ਮਿਲੂਗਾ ਇਹਨੂੰ ਚੋਣਾਂ ਦੇ ਵਿੱਚ? ਇਹ ਤਾਂ ਕਿਸਾਨ ਦੱਸਣਗੇ ਵੀ ਕੀ ਸਾਡੇ ਨਾਲ ਕੀਤਾ ਤੁਸੀਂ। 3.5 ਮਹੀਨੇ ਤੁਸੀਂ ਬੈਠੇ ਆ ਸਰਕਾਰ ਦੇ ਵਿੱਚ, ਸਾਰਾ ਕੁਝ ਮੰਨ ਲਿਆ, ਉਸ ਤੋਂ ਬਾਅਦ ਹੁਣ ਜਦੋਂ ਕਿਸਾਨ ਤੁਰ ਪਏ ਆ ਤੇ ਹੁਣ ਸ਼ਹੀਦ ਹੋ ਗਏ। ਮਤਲਬ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਆ, ਬਾਦਲ ਪਰਿਵਾਰ ਜਿਹੜਾ ਅਸਤੀਫਾ ਦੇ ਕੇ ਵੀ ਆ ਗੱਠਜੋੜ ਤੋੜ ਕੇ ਵੀ ਕਿਸਾਨਾਂ ਦਾ ਵਿਸ਼ਵਾਸ ਨਹੀਂ ਜਿੱਤ ਸਕਿਆ। ਵਿਸ਼ਵਾਸ ਜਿੱਤਣ ਦੀ ਤਾਂ ਵੱਖਰੀ ਗੱਲ ਆ, ਸਾਡਾ ਜਥੇਬੰਦੀਆਂ ਦਾ ਗੱਠਜੋੜ ਤੋੜ ਤੇ ਜ਼ੋਰ ਲੱਗਾ ਆ ਉਹਦਾ। ਕਿਉਂ ਕਾਰਨ ਕੀ? ਕਾਰਨ ਸਿੱਧਾ ਹੀ ਆ, ਪਹਿਲਾਂ ਗਲਤੀਆਂ ਕੀਤੀਆਂ, ਉਹਨੂੰ ਗਲਤੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਵੀ ਮੂਹਰੇ ਵੋਟ ਬੈਂਕ ਕਿੱਦਾਂ ਸਿੱਟ ਕਰਨ।
ਸਾਡੇ ਜਥੇਬੰਦੀਆਂ ਦੇ ਵਿੱਚ ਹਰ ਪੱਖ ਤੋਂ ਕਿਸੇ ਨਾ ਕਿਸੇ ਮੌਕੇ ਤੇ ਇਹਨੀ ਕੋਸ਼ਿਸ਼ ਕੀਤੀ ਆ, ਪਰ ਅਸੀਂ ਨਹੀਂ ਟੁੱਟੇ। ਨਹੀਂ, ਹੁਣ ਬਾਦਲ, ਚਲੋ ਤੁਸੀਂ ਕਹਿੰਦੇ ਬਾਦਲ ਕਿਸਾਨ ਪੱਖੀ ਨਹੀਂ ਹੈਗੇ, ਫਿਰ ਕੈਪਟਨ ਸਾਹਿਬ ਹੈਗੇ ਆ ਕਾਂਗਰਸ ਸਰਕਾਰ। ਇਹ ਜਿਹੜੀ ਆ, ਤੁਸੀਂ ਇੱਕ ਗੱਲ ਦੇਖੋ, ਇਹ ਜਿਹੜੇ ਡਾਂਕਲ ਤਜਵੀਜ਼ਾਂ ਸੀ ਨਾ, ਡਾਂਕਲ ਤਜਵੀਜ਼ਾਂ ਦਾ ਹਿੱਸਾ ਹੀ ਆ ਜਿਹੜਾ ਖੇਤੀ ਬਿੱਲ ਇਹ ਕੀ ਆ, ਨਰਸਿਮਹਾ ਸਰਕਾਰ ਦੇ ਵੇਲੇ ਮਨਮੋਹਨ ਸਿੰਘ ਸੀਗਾ ਵਿੱਤ ਮੰਤਰੀ, ਉਸ ਸਮੇਂ ਦੀਆਂ ਤਜਵੀਜ਼ਾਂ ਆ। ਕੈਪਟਨ ਸਾਹਿਬ ਤਾਂ ਕਹਿੰਦੇ ਮੈਂ ਕਿਸਾਨਾਂ ਦੇ ਨਾਲ ਆ, ਹੁਣ ਵੀ ਪੂਰੀ ਫੁੱਲ ਸਪੋਰਟ ਕਰ ਰਹੇ ਹੋ। ਬਾਦਲ ਵੀ ਕਹਿ ਰਿਹਾ ਮੈਂ ਦੂਜੇ ਕਿਸਾਨਾਂ ਦੇ ਹੱਕ ਵਿੱਚ ਆ, ਕਾਂਗਰਸ ਵੀ ਕਹਿ ਰਹੀ ਆ। ਇਹਨਾਂ ਦੋਹਾਂ ਨੇ ਰਲ ਕੇ ਲਿਆਂਦਾ ਆ ਸਾਰਾ ਕੁਝ। ਕਿਸਾਨ ਕਿਹਦੇ ਪਰ ਵਿਸ਼ਵਾਸ ਕਰਨ, ਕਿਹਨੂੰ ਲਿਆਣ ਅੱਗੇ? ਅਸੀਂ ਦੋਹਾਂ ਤੇ ਵਿਸ਼ਵਾਸ ਨਹੀਂ ਕਰ ਰਹੇ। ਕੌਣ ਚਲਾਊਗਾ ਪੰਜਾਬ ਨੂੰ, ਕੌਣ ਆਊਗਾ ਅੱਗੇ? ਪੰਜਾਬ ਦੇ ਵਿੱਚ ਜਿਹੜੀ ਅਸੀਂ ਐਜੀਟੇਸ਼ਨ ਕਰ ਰਹੇ ਹਾਂ ਨਾ, ਕਿਸਾਨ ਜਥੇਬੰਦੀਆਂ ਨੇ ਕੋਈ ਫੈਸਲਾ ਕੀਤਾ, ਕੋਈ ਸਿਆਸੀ ਬੰਦਾ ਸਾਡੀ ਸਟੇਜ ਤੇ ਨਹੀਂ ਬੋਲ ਸਕਦਾ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਹੋਣ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਹੋਵੇ ਬੀਜੇਪੀ। ਅਸੀਂ ਕਿਸਾਨ ਜਥੇਬੰਦੀਆਂ ਹੀ ਅਸੀਂ ਕਰਾਂਗੇ, ਤੁਸੀਂ ਬਹਿਣਾ ਸਾਡੇ ਥੱਲੇ ਆ ਕੇ ਬੈਠੋ। ਇਹ ਤਾਂ ਚਲੋ ਕਿਸਾਨੀ ਸੰਘਰਸ਼ ਦੀ ਗੱਲ ਹੋ ਗਈ ਆ, ਅੱਗੇ ਤਾਂ ਆਣੀ ਹੈ ਤਾਂ ਦੋਨੋਂ ਹੀ ਪਾਰਟੀਆਂ, ਫਿਰ ਅੱਗੇ ਫਿਰ ਕਿਸਾਨਾਂ ਨਾਲ ਦੇਊਗਾ, ਫਿਰ ਕੀ ਕਰੂੰਗੇ ਕਿਸਾਨ ਅੱਗੇ ਜਾ ਕੇ? ਦੇਖੋ, ਇਹਦੇ ਬਾਰੇ ਅਸੀਂ ਹੁਣ ਕੀ ਕਹਿ ਸਕਦੇ ਹਾਂ? ਮਤਲਬ ਕੋਈ ਬਦਲਾਅ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ? ਹਾਂ, ਪੰਜਾਬ ਦੇ ਵਿੱਚ ਕੋਈ ਬਦਲਾਅ ਨਹੀਂ ਹੋਣਾ? ਦੇਖੋ, ਇਹੋ ਜੀ ਤਾਂ ਜਿਹੜਾ ਤੁਸੀਂ ਕਹਿੰਦੇ ਆ ਵੀ ਅਸੀਂ ਕਿਸਾਨ ਜਥੇਬੰਦੀਆਂ ਹੀ ਇੱਕ ਪਾਰਟੀ ਬਣਾ ਲਵਾਂਗੇ, ਇਹ ਤਾਂ ਸੰਭਵ ਨਹੀਂ ਹੈਗਾ ਹਜੇ ਹਾਲ ਦੀ ਘੜੀ। ਕਿਸਾਨਾਂ ਕੋਲ ਇੰਨੀ ਤਾਕਤ ਨਹੀਂ ਕਿ ਪੰਜਾਬ ਜਿੱਤਿਆ ਜਾ ਸਕੇ। ਹਾਲੇ ਤਾਂ ਅਸੀਂ ਆਪਣੀਆਂ ਜ਼ਮੀਨਾਂ ਬਚਾਉਣੀਆਂ। 30 ਜਥੇਬੰਦੀਆਂ ਦਾ ਮਤਲਬ ਕੀ ਆ? 15 ਕਿਸਾਨ ਤੇ 15 ਮਜ਼ਦੂਰ ਜਥੇਬੰਦੀਆਂ। ਮਜ਼ਦੂਰ ਸਾਡੇ ਨਾਲ ਆ, ਜਿਹੜੀ ਛੋਟਾ ਜਿਹੜਾ ਵਪਾਰੀ ਆ ਉਹ ਸਾਡੇ ਨਾਲ ਆ। ਅਸੀਂ ਇਸ ਸਮੇਂ ਸਾਡੀ ਜਿਹੜੀ ਲੜਾਈ ਆ, ਉਹ ਸਾਡੀ ਲੜਾਈ ਸਿਰਫ ਤਾਂ ਸਿਰਫ ਸਾਡੀਆਂ ਜ਼ਮੀਨਾਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣਾ ਨਹੀਂ। ਅਸੀਂ ਸਰਕਾਰਾਂ ਜਿਹੜੀਆਂ ਬਣਦੀਆਂ ਬਾਅਦ ਦੇਖਾਂਗੇ। ਸਾਨੂੰ ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹਗੜ੍ਹ ਸਾਹਿਬ ਤੋਂ ਹੀ ਤੁਰੇ ਹਾਂ, ਉੱਥੇ ਮੱਥਾ ਟੇਕ ਕੇ ਤੁਰੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਹੱਕਦਾਰ ਬਣਾਇਆ ਸੀ, ਉਹ ਜ਼ਮੀਨਾਂ ਅਸੀਂ ਬਚਾਉਣੀਆਂ। ਬਿਲਕੁਲ, ਤੁਹਾਡੀ ਜਿਹੜੀ ਹੈਗੀ ਆ ਅਰਜਨ ਦੀ ਤਰ੍ਹਾਂ ਮੱਛੀ ਦੀ ਜਿਹੜੀ ਅੱਖ ਦੇ ਉੱਤੇ ਨਿਸ਼ਾਨਾ ਵੀ ਆ, ਟਾਰਗੇਟ ਤੁਹਾਡਾ ਖੇਤੀ ਦੇ ਬਿੱਲਾਂ ਨੂੰ ਲੈ ਕੇ ਆ ਹਾਲੇ ਫਿਲਹਾਲ। ਸਾਡਾ ਖੇਤੀ ਦਾ ਮਤਲਬ ਆ। ਬਿਲਕੁਲ, ਕੀ ਨਾਮ? ਪਰਮਜੀਤ ਸਿੰਘ ਜੀ, ਕਿਹੜੀ ਜਗ੍ਹਾ ਤੋਂ ਜੀ? ਜਲੰਧਰ ਤੋਂ ਜੀ। ਜਲੰਧਰ ਤੋਂ ਤੁਸੀਂ ਆਏ ਹੋ, ਇਹਨੇ ਰਾਤਾਂ ਨੂੰ ਦੇਖੋ 1:30 ਵੱਜ ਗਏ ਤਕਰੀਬਨ। ਕਿਵੇਂ ਦੇਖਦੇ ਹੋ ਜੋ ਪੁਲਿਸ ਵੱਲੋਂ ਕੀਤਾ ਜਾ ਰਿਹਾ, ਸਰਕਾਰਾਂ ਵੱਲੋਂ ਕੀਤਾ ਜਾ ਰਿਹਾ, ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਜੀ, ਸਰਕਾਰਾਂ ਦਾ ਕੰਮ ਹੈ ਜ਼ੋਰ ਲਾਉਣਾ, ਸਾਡਾ ਕੰਮ ਹੈ ਸੰਘਰਸ਼ ਕਰਨਾ। ਅਸੀਂ ਆਪਣਾ ਜਿਹੜਾ ਸੰਘਰਸ਼ ਸੀਗਾ, ਜਦੋਂ ਅਸੀਂ ਤੁਰਨ ਤੋਂ ਪਹਿਲਾਂ ਅਰਦਾਸ ਕਰਕੇ ਇਸੇ ਕਰਕੇ ਤੁਰੇ ਸੀਗੇ ਵੀ ਸਾਡਾ ਟੀਚਾ ਸੀ ਦਿੱਲੀ ਪਹੁੰਚਣਾ, ਉਹ ਅਸੀਂ ਟੀਚਾ ਆਪਣਾ ਐਨ ਜਾਣੀ ਕਿ ਮਿਹਨਤ ਦਿੱਤਾ, ਅਸੀਂ ਇੱਥੇ ਪਹੁੰਚ ਗਏ ਹਾਂ। ਸਾਡੇ ਰਾਹ ਦੇ ਵਿੱਚ ਕਿੰਨੀਆਂ ਔਂਚੜਾਂ ਆਈਆਂ, ਕਿੰਨੇ ਖੱਡੇ ਪੱਟੇ ਗਏ, ਕਿੰਨੇ ਪੱਥਰ ਸਿੱਟੇ ਗਏ, ਕਿੰਨੇ ਟਰੱਕ ਮੋਰੇ ਲਿਆ ਰੱਖੇ ਗਏ, ਅਸੀਂ ਉਹਨਾਂ ਦੀ ਪਰਵਾਹ ਨਹੀਂ ਕੀਤੀ। ਸਾਡਾ ਕੋਈ ਕੰਮ ਸੀਗਾ ਵੀ ਸਰਕਾਰ ਦਾ ਕੰਮ ਹੈ ਰੋਕਣਾ, ਸਾਡਾ ਕੰਮ ਹੈ ਪਹੁੰਚਣਾ। ਅਸੀਂ ਪਹੁੰਚ ਕੇ ਦਿਖਾਇਆ ਸਰਕਾਰ ਨੂੰ, ਅੱਜ ਦੱਸ ਦਿੱਤਾ ਵੀ ਕਿਸਾਨ ਕੀ ਚੀਜ਼ ਹੁੰਦੇ ਆ। 500 ਕਿਲੋਮੀਟਰ, 350 400 ਕਿਲੋਮੀਟਰ ਤੱਕ ਟਰੈਕਟਰਾਂ 'ਤੇ ਦਿੱਲੀ ਪਹੁੰਚਣਾ ਸੌਖਾ ਕੰਮ ਨਹੀਂ, ਪਰ ਕਿਸਾਨਾਂ ਲਈ ਕੋਈ ਔਖਾ ਕੰਮ ਨਹੀਂ। ਜਦੋਂ ਕਿਸਾਨ ਆਉਂਦਾ ਆਪਣੀ ਆਈ ਤੇ ਹਨੇਰੀਆਂ ਲਿਆਂਦਾ, ਹਨੇਰੀਆਂ ਠੀਕ ਆ, ਇਹ ਹਨੇਰੀਆਂ ਜਿਹੜੀਆਂ ਹੁਣ ਸਰਕਾਰ ਨੂੰ ਮੂਹਰੇ ਦਿਸਣਗੀਆਂ ਵੀ ਕਿਸਾਨ ਕੀ ਕਰ ਸਕਦਾ। ਜੇ ਸਰਕਾਰਾਂ ਬਣਾ ਸਕਦਾ ਤਾਂ ਪੁੱਟ ਕੇ ਸਿੱਟ ਵੀ ਸਕਦਾ। ਕਿਸਾਨ ਦੇ ਵਿੱਚ ਇੰਨੀ ਪਾਵਰ ਹੁੰਦੀ ਆ ਕਿ ਦੁਨੀਆ ਇੱਧਰ ਦੀ ਉੱਧਰ ਕਰ ਸਕਦਾ ਆ। ਇਹ ਹਨੇਰੀਆਂ ਜਿਹੜੀਆਂ ਤੁਸੀਂ ਲਿਆ ਰਹੇ ਹੋ, ਕੋਈ ਬਦਲਾਅ ਆਊਗਾ ਇਹਦੇ ਨਾਲ? ਕੀ ਲੱਗਦਾ ਕਿ ਹਨੇਰੀਆਂ ਜਿਹੜੀਆਂ ਸਰਕਾਰ ਨੇ ਵੀ ਪੂਰਾ ਜ਼ੋਰ ਲਾਇਆ ਵਾ ਕਿ ਹਨੇਰੀਆਂ ਨੂੰ ਦਬਾਇਆ ਜਾ ਸਕੇ? ਦੇਖੋ ਜੀ, ਸਰਕਾਰ ਜਿੱਦਾਂ ਮਰਜ਼ੀ ਜ਼ੋਰ ਲਾ ਲਵੇ, ਜਦੋਂ ਆਪਣੀ ਆਈ ਤੇ ਆਉਂਦਾ ਕਿਸਾਨ ਕੋਈ ਵੀ ਆ ਜੱਟ, ਇਹ ਬਿਲਕੁਲ ਪਿੱਛੇ ਹਟਣੇ ਵਾਲਾ ਨਹੀਂਗਾ। ਇਹ ਜਾਣੀ ਕਿ ਬੇਪਰਵਾਹ ਆ। ਮੀਂਹ ਹਨੇਰੀਆਂ ਕੀ ਇਹਨੂੰ ਕੋਈ ਮੀਂਹ ਝੱਖੜ ਜੋ ਮਰਜ਼ੀ ਆਵੇ, ਇਹਨੂੰ ਕੋਈ ਰੋਕ ਨਹੀਂ ਸਕਦਾ। ਇਹ ਨਾ ਕਦੇ ਰਾਤ ਨੂੰ ਸੁੱਤਾ ਆ, ਨਾ ਕਦੇ ਸਰਕਾਰਾਂ ਨੂੰ ਸੌਣ ਦਊਗਾ। ਇਹ ਘਰੇ ਬੱਚੇ ਵੀ ਹੁਣੇ ਸਭ ਜੀ ਬੱਚੇ ਛੱਡ ਕੇ ਆਏ ਆ, ਬੱਚਿਆਂ ਦੀ ਕੋਈ ਪਰਵਾਹ ਨਹੀਂ। ਜਦੋਂ ਸਰਕਾਰਾਂ ਨਾਲ ਮੱਥਾ ਲੱਗ ਗਿਆ, ਸਾਡਾ ਇੱਕੋ ਟੀਚਾ ਸਰਕਾਰ ਨੂੰ ਦੱਸ ਦਿਆਂਗੇ ਅਸੀਂ ਵੀ ਅਸੀਂ ਤੁਰੇ ਆ, ਆਹ ਕੰਮ ਲਈ ਤੁਰੇ ਆ, ਇਹ ਕਰਕੇ ਛੱਡਾਂਗੇ। ਸਰਕਾਰ ਨੂੰ ਜਾਣ ਕੇ ਸੁੱਤੀ ਹੋਈ ਨੂੰ ਜਗਾ ਕੇ ਛੱਡਾਂਗੇ ਅਸੀਂ। ਮੀਡੀਆ ਤੇ ਖਬਰਾਂ ਆ ਰਹੀਆਂ, ਆਰਮੀ ਲਗਾਤੀ ਆ, ਗੋਲੀ ਚੱਲ ਸਕਦੀ ਹੈ, ਚੱਲਦੀ। ਬੱਚਿਆਂ ਦੇ ਫੋਨ ਆਉਂਦੇ ਹੋਣੇ ਘਰੋਂ, ਪਰਿਵਾਰ ਦੇ ਫਿਕਰ ਕਰ ਰਹੇ? ਨਹੀਂ ਜੀ, ਉਹਦੀ ਕੋਈ ਪਰਵਾਹ ਨਹੀਂ ਗੀ। ਪਹਿਲਾਂ ਹੀ ਦੱਸ ਕੇ ਆਏ ਆ, ਪਿੱਛੇ ਬਿਲਕੁਲ ਪਰਵਾਹ ਨਹੀਂ ਕਰਨੀ। ਜੋ ਵੀ ਹੈਗਾ ਪਿੱਛੇ ਹੈਗਾ, ਠੀਕ ਆ। ਅਸੀਂ ਜਿਹੜੇ ਆਏ ਆ ਸਿਰ ਤੇ ਕੱਫੜ ਬੰਨ੍ਹ ਕੇ ਆਏ, ਇਸੇ ਕਰਕੇ ਆਏ। ਆਪਣਾ ਟੀਚਾ ਜਿਹੜਾ ਨਿਸ਼ਾਨਾ ਆ ਨਾ, ਨਿਸ਼ਾਨੇ ਤੇ ਪਹੁੰਚਣਾ ਸੀ, ਠੀਕ ਆ। ਬਿਲਕੁਲ, ਜਿਵੇਂ ਤੁਹਾਡੇ ਹੌਸਲੇ ਬੁਲੰਦ ਹੈ, ਉਮੀਦ ਕਰਦੇ ਹਾਂ ਕਿ ਜਿੱਤ ਤੁਹਾਡੀ ਜ਼ਰੂਰ ਹੋਗੀ। ਅਸੀਂ ਵੀ ਅਰਦਾਸ ਕਰਦੇ ਹਾਂ ਕਿ ਜਿੱਤ ਜ਼ਰੂਰ ਹੋਗੀ। ਇੱਕ ਗੱਲ ਹੋਰ ਕਰਨੀ ਹੈ,
ਜਿਹੜੀ ਪੁਲਿਸ ਜਿਹੜੀ ਹੈਗੀ ਤੁਹਾਡੇ ਰਾਹ ਰੋਕ ਰਹੀ ਆ, ਪਾਣੀ ਦੇ ਬੁਛਾਰਾਂ ਦੇ ਜਾਂ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਆ, ਤੇ ਉਹੀ ਪੁਲਿਸ ਵਾਲੇ ਆ ਤੁਸੀਂ ਲੰਗਰ ਛਕਾ ਰਹੇ ਹੋ ਦਿਨ ਦੇ ਵਿੱਚ, ਗੁੱਸਾ ਨਹੀਂ ਆਉਂਦਾ ਤੁਹਾਨੂੰ ਜਦੋਂ ਤੁਹਾਡੇ ਡੰਡੇ ਮਾਰਦੇ ਪਾਣੀ ਛੱਡਦੇ ਆ? ਅਸੀਂ ਜੀ ਫਿਰ ਵੀ ਇਨਸਾਨੀਅਤ ਆ ਸਾਡੇ ਦੇ ਵਿੱਚ, ਪਰ ਇਹਨਾਂ ਸਰਕਾਰਾਂ ਦੇ ਵਿੱਚ ਬਿਲਕੁਲ ਇਨਸਾਨੀਅਤ ਨਹੀਂ ਹੈਗੀ ਵੀ ਉਸ ਵੱਲੋਂ ਸਾਡੇ ਭਰਾ ਆ ਉਹ ਕੁਛ ਵੀ ਆ, ਸਾਡੇ ਹੀ ਘਰਾਂ ਦੇ ਵਿੱਚੋਂ ਜਾ ਕੇ ਭਰਤੀਆਂ ਹੋਈਆਂ ਆ। ਜਦ ਸਾਡੇ ਬਾਰਡਰਾਂ ਦੇ ਜੋ ਪਹਿਰੇਦਾਰ ਲੱਗੇ ਆ ਉਹ ਵੀ ਸਾਡੇ ਭਰਾ ਆ, ਤਾਂ ਸਾਨੂੰ ਕੀ ਗੱਲ ਆ, ਅਸੀਂ ਵੀ ਉਹਨਾਂ ਦੇ ਖੂਨ ਆ ਨਾ, ਅਸੀਂ ਵੀ ਆ ਕੇ ਇੱਧਰ ਲੜ ਸਕਦੇ ਆ। ਸਾਨੂੰ ਜਦ ਉਹ ਨਹੀਂ ਰੋਕ ਸਕਦੇ ਤਾਂ ਅਸੀਂ ਕਿਸ ਲਈ ਰੋਕ ਸਕਦੇ ਆ? ਤੇ ਫਿਰ ਹੁਣ ਜੰਗ ਜਿੱਤ ਕੇ ਜਾਓਗੇ ਵਾਪਸ? ਜਾਵਾਂਗੇ ਜੀ, ਜਿੱਤ ਕੇ ਜ਼ਰੂਰ ਜਾਵਾਂਗੇ। ਜਦ ਸਾਨੂੰ ਪਿੱਛੇ ਨਹੀਂ ਕੋਈ ਰੋਕ ਸਕਿਆ ਤਾਂ ਅੱਗੇ ਵੀ ਨਹੀਂ ਰੋਕ ਸਕਦਾ। ਸੋ ਬਿਲਕੁਲ ਕਿਸਾਨਾਂ ਦੇ ਹੌਸਲੇ ਬੁਲੰਦ ਆ। 1:30 ਵਜੇ ਦਾ ਸਮਾਂ ਹੋ ਗਿਆ ਤੇ ਕਿਸਾਨ ਪੂਰਾ ਪਹਿਰੇ ਤੇ ਬੈਠੇ ਨੇ, ਕਿਉਂਕਿ ਲਗਾਤਾਰ ਸ਼ਰਾਰਤੀ ਅਨਸਰ ਵੀ ਜਿਹੜੇ ਹੈਗੇ ਆ ਕੋਸ਼ਿਸ਼ਾਂ ਕਰ ਰਿਹਾ ਕਿ ਕਿਸਾਨਾਂ ਦੇ ਵਿੱਚ ਕੋਈ ਨਾ ਕੋਈ ਘੁਸਪੈਠ ਕਰਕੇ ਇਸ ਸੰਘਰਸ਼ ਨੂੰ ਜਿਹੜਾ ਹੈਗਾ ਬਦਨਾਮ ਕੀਤਾ ਜਾਵੇ ਜਾਂ ਯਹੀ ਪੁਲਿਸ ਕਾਰਵਾਈ ਕੀਤੀ ਜਾਵੇ, ਕਿਸਾਨਾਂ ਨੂੰ ਬਦਨਾਮ ਕੀਤਾ ਜਾਵੇ। ਇਸ ਕਰਕੇ ਕਿਸਾਨ ਲਗਾਤਾਰ 1:30-2 ਵਜੇ ਚੁੱਕੇ ਰਾਤ ਦੇ, ਤੇ ਲਗਾਤਾਰ ਪਹਿਰਾ ਵੀ ਦੇ ਰਹੇ ਨੇ ਤੇ ਆਪਣੇ ਦੁੱਖ ਸੁੱਖ ਸਾਂਝੇ ਕਰ ਰਹੇ ਨੇ। ਤੇ ਪੂਰਾ ਇਸ 15 ਕਿਲੋਮੀਟਰ ਜਾਮ ਲੱਗਿਆ ਹੋਇਆ ਹੈ। ਕਿਸਾਨ ਕੋਈ ਪੈਟਰੋਲ ਪੰਪਾਂ ਤੇ ਸੁੱਤਾ, ਕੋਈ ਟਰੈਕਟਰਾਂ ਦੀ ਰਾਖੀ ਸੁੱਤਾ, ਤੇ ਅੱਜ ਦਿਨ ਦੇ ਵਿੱਚ ਵੀ ਅਜਿਹੀਆਂ ਕਈ ਸ਼ਿਕਾਇਤਾਂ ਆਈਆਂ ਕਿ ਕੁਝ ਘੁਸਪੈਠ ਕਰਕੇ, ਕੌਣ ਵਿਅਕਤੀ ਸੀ ਪਤਾ ਨਹੀਂ, ਕਿ ਝੰਡੇ ਫੜ ਕੇ ਕਿਸਾਨ ਯੂਨੀਅਨ ਦੇ ਟਰੈਕਟਰਾਂ ਦੇ ਟਾਇਰਾਂ ਦੇ ਵਿੱਚ ਸੂਏ ਮਾਰੇ ਗਏ ਆ ਤਾਂ ਕਿ ਕਿਸਾਨ ਆਪਸ ਦੇ ਵਿੱਚ ਲੜਨ ਇੱਕ ਦੂਸਰੇ ਨਾਲ। ਪਰੰਤੂ ਕਿਸਾਨਾਂ ਦੇ ਵਿੱਚ ਆਪਸੀ ਪਿਆਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਤੇ ਹਰਿਆਣੇ ਦੇ ਭਾਈਚਾਰਾ ਜਿਹੜਾ ਹੈਗਾ ਇੱਥੇ ਦੇਖਣ ਨੂੰ ਮਿਲਿਆ, ਇੱਕ ਦੂਜੇ ਦੇ ਲਈ ਜਾਨਾਂ ਵਾਰਨ ਨੂੰ ਤਿਆਰ ਹੈ। ਹਰਿਆਣੇ ਦੇ ਕਿਸਾਨ ਕਹਿ ਰਹੇ ਸਭ ਤੋਂ ਪਹਿਲਾਂ ਅਸੀਂ ਗੋਲੀ ਖਾਵਾਂਗੇ, ਉਸ ਤੋਂ ਬਾਅਦ ਪੰਜਾਬ ਵਾਲਿਆਂ ਨੂੰ ਤੱਤੀਵਾਦ ਜਿਹੜੇ ਲੱਗ ਸਕਦੇ, ਸਭ ਤੋਂ ਪਹਿਲਾਂ ਮੂਹਰੇ ਅਸੀਂ ਹੋਵਾਂਗੇ। ਤੇ ਹੁਣ ਜਿਸ ਤਰ੍ਹਾਂ ਇਹਨਾਂ ਦੇ ਹੌਸਲੇ ਆ, ਰਾਤਾਂ ਨੂੰ ਜਾਗ ਰਹੇ ਆ, ਮੈਨੂੰ ਨਹੀਂ ਲੱਗਦਾ ਕੋਈ ਸਰਕਾਰਾਂ ਜਾਂ ਕੋਈ ਗੋਲੀਆਂ ਇਹਨਾਂ ਨੂੰ ਹਰਾ ਸਕਦੀਆਂ, ਕਿਉਂਕਿ ਜਿੱਤ ਜਿਹੜੀ ਹੈਗੀ ਉਹਨਾਂ ਦੀ ਹੁੰਦੀ ਹੈ ਜਿਹੜੀ ਜਾਗਦੀ ਜ਼ਮੀਰ ਵਾਲੇ ਆ, ਜਿਨ੍ਹਾਂ ਦੇ ਹੌਸਲੇ ਬੁਲੰਦ ਹੁੰਦੇ ਆ। ਤੇ ਹੁਣ ਦੇਖਣਾ ਹੋਵੇਗਾ ਕੱਲ੍ਹ ਨੂੰ ਕੀ ਹਾਲਾਤ ਬਣਦੇ ਨੇ ਕੁੰਡਲੀ ਬਾਰਡਰ ਦੇ ਉੱਤੇ, ਕਿਉਂਕਿ ਕੱਲ੍ਹ ਨੂੰ ਲੀਡਰਾਂ ਦੀ ਮੀਟਿੰਗ ਵੀ ਹੈ ਦਿਨ ਦੇ ਵਿੱਚ ਇਸ ਨੂੰ ਮਾਮਲੇ ਨੂੰ ਲੈ ਕੇ, ਕਿ ਅੱਗੇ ਜੰਤਰ ਮੰਤਰ ਤੇ ਜਾਣਾ ਜਾਂ ਕੋਈ ਹੋਰ ਸੰਘਰਸ਼ ਕਰਨਾ, ਉਸ ਨੂੰ ਲੈ ਕੇ। ਪਰ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਲੜ ਰਿਹਾ ਕਿਸਾਨ। ਕੋਸ਼ਿਸ਼ਾਂ ਬਹੁਤ ਕਰ ਰਹੀਆਂ ਸਰਕਾਰਾਂ ਕਿ ਇਸ ਨੂੰ ਬਦਨਾਮ ਕਰਕੇ ਕਿਤੇ ਨਾ ਕਿਤੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਵੇ, ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ। ਪਰੰਤੂ ਪੂਰੇ ਸਬਰ ਦੇ ਨਾਲ ਇਹ ਕੰਮ ਲੈ ਰਹੇ ਨੇ, ਪੂਰੀ ਅਕਲ ਦੇ ਨਾਲ ਕੰਮ ਰਹੇ ਨੇ, ਤੇ ਜਿੱਤ ਇਹਨਾਂ ਦੀ ਜ਼ਰੂਰ ਹੋਵੇਗੀ। ਕੁੰਡਲੀ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।